ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬਾਰ ਬਾਰ ਜਗਦੀਸਾ। ਦੋਹਰਾ। ਇੱਕ ਦਿਨ ਉਠੇ ਪ੍ਰਭਾਤ, ਗੁਰ ਥਿਰੇ ਸਵਾ ਮੈਂ ਆਏ। ਕੇਤਕ ਸਿੱਖ ਸੇਵਕ ਨਿਕਟ ਬੈਠੇ, ਸੁਰ ਸੁਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਦੇ ਕੋਲ ਭਾਈ ਲਾਹੌਰਾ ਸਿੰਘ ਨਾਮ ਦਾ ਸਿੱਖ ਆਪਣੀਆਂ ਗਲਤੀਆਂ ਗੁਨਾਹਾਂ ਨੂੰ ਬਖਸ਼ਾਉਣ ਦੀ ਬੇਨਤੀ ਕਰਦਾ ਹੈ। ਸਤਿਗੁਰੂ ਜੀਆਂ ਨੇ ਕੁਝ ਬਚਨ ਬਖਸ਼ਿਸ਼ ਕੀਤੇ ਜਿਨ੍ਹਾਂ ਨੂੰ ਮੁਕਤੀਨਾਮਾ ਕਿਹਾ ਜਾਂਦਾ ਹੈ। ਪਿਛਲੇ 10 ਦਿਨ ਆਪਾਂ ਲਗਾਤਾਰ ਇਹ ਜੋ ਬਚਨ ਹਨ ਉਹ ਸਰਵਣ ਕੀਤੇ। ਸਤਿਗੁਰੂ ਪਾਤਸ਼ਾਹ ਜੀ ਅੱਜ ਅੱਗੇ ਜਿਵੇਂ ਕਿਰਪਾ ਕਰ ਰਹੇ ਉਹ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਉਠੇ ਪ੍ਰਭਾਤ, ਗੁਰ ਥਿਰੇ ਸਵਾ ਮੈਂ ਆਏ। ਅਗਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸ਼ਸਤਰ ਬਸਤਰ ਸਜਾ ਕੇ ਤਿਆਰ ਹੋ ਕੇ ਸਭਾ ਦੇ ਵਿੱਚ ਜਿੱਥੇ ਦੀਵਾਨ ਸਜਦਾ ਹੈ ਮਹਾਰਾਜ ਜੀ ਉੱਥੇ ਆਏ ਹਨ। ਕੇਤਕ ਸਿੱਖ ਸੇਵਕ ਨਿਕਟ ਬੈਠੇ, ਸੁਰ ਸੁਰ ਰਾਏ। ਸਤਿਗੁਰੂ ਪਾਤਸ਼ਾਹ ਜੀਆਂ ਦੇ ਕੋਲ ਕੁਝ ਸਿੱਖ ਬੈਠੇ ਹੋਏ ਨੇ, ਕੁਝ ਸੂਰਮੇ ਬੈਠੇ ਹੋਏ। ਸੰਗਤ ਵਿੱਚੋਂ ਸੰਗਤਾਂ ਦੂਰੋਂ ਨੇੜਿਓਂ ਜਿਹੜੇ ਚੱਲ ਕੇ ਆਏ, ਐਸੇ ਨੇਮੀ ਪ੍ਰੇਮੀ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਕੋਲ ਬੈਠੇ ਹੋਏ ਹਨ। ਚੌਪਈ। ਇੱਕ ਸਿੱਖ ਨਗਰ ਸਵਾਸ ਵੱਡ ਚੜ੍ਹਿਓ। ਇੱਕ ਸਿੱਖ ਦੌੜ ਕੇ ਆਇਆ ਕਿਸੇ ਨਗਰ ਤੋਂ, ਬੜਾ ਦੌੜਿਆ, ਦੌੜ ਕੇ ਮਹਾਰਾਜ ਦੇ ਕੋਲ ਪਹੁੰਚਿਆ ਤੇ ਇਹਨੂੰ ਸਾਹ ਚੜ੍ਹਿਆ ਹੋਇਆ। ਮਨ ਵਿੱਚ ਵਿਚਾਰ ਇਹ ਹੈ ਵੀ ਮੈਂ ਕਾਹਲੀ ਦੇ ਨਾਲ ਛੇਤੀ ਨਾਲ ਮਹਾਰਾਜ ਦੇ ਕੋਲ ਜਾਵਾਂ। ਕਿਸੇ ਨਗਰ ਦਾ ਇਹ ਕੋਈ ਸਿੱਖ ਹੈ, ਬੜਾ ਦੌੜ ਕੇ ਆਇਆ ਤੇ ਸਾਹੋ ਸਾਈ ਹੋਇਆ, ਸਾਹ ਚੜ੍ਹਿਆ ਹੋਇਆ। ਮਹਾਰਾਜ ਦੇ ਕੋਲ ਆ ਕੇ ਭਾਗਤ ਆਏ ਬਿਸਮ ਡਰ ਵੜਿਓ। ਇਹ ਭੱਜਾ ਹੀ ਆਇਆ, ਰਸਤੇ ਵਿੱਚ ਕਿਤੇ ਰੁਕਿਆ ਨਹੀਂ, ਦੌੜਿਆ ਆਇਆ, ਬੜਾ ਹੈਰਾਨ ਵੀ ਔਰ ਡਰਿਆ ਹੋਇਆ ਵੀ। ਮਨਸ਼ਾ ਇਹ ਹੈ ਵੀ ਜਿੱਥੇ ਸਤਿਗੁਰੂ ਬੈਠੇ ਹੁਣ ਮੈਂ ਉੱਥੇ ਜਾ ਕੇ ਮਿਲਾਂ। ਤੇ ਕਹਿਣ ਲੱਗੇ ਦੌੜਿਆ, ਭੱਜਿਆ ਭੱਜਿਆ ਆ ਰਿਹਾ, ਸਾਹ ਚੜ੍ਹਿਆ ਹੋਇਆ, ਡਰਿਆ ਵੀ ਹੈ, ਹੈਰਾਨ ਵੀ ਹੈ। ਤੇ ਮਹਾਰਾਜ ਦੀ ਸਭਾ ਦੇ ਵਿੱਚ ਦੀਵਾਨ ਵਿੱਚ ਪਹੁੰਚਾ ਹੈ। ਪਹੁੰਚਿਓ ਪ੍ਰਭ ਕੇ ਢਿਗ ਤਿਸ ਕਾਲਾ। ਸਤਿਗੁਰੂ ਜੀ ਬੈਠੇ ਹੋਏ ਦੀਵਾਨ ਵਿੱਚ, ਬਾਹਰ ਅਨੰਦਪੁਰ ਸਾਹਿਬ ਇਸ ਨੇ ਪੁੱਛਿਆ ਕਿਸੇ ਨੂੰ ਆ ਕੇ ਕਿ ਮੈਂ ਮਹਾਰਾਜ ਸਾਹਿਬ ਜੀ ਨੂੰ ਮਿਲਣਾ, ਬੜੀ ਛੇਤੀ ਮਿਲਣਾ ਹੈ, ਮਹਾਰਾਜ ਕਿੱਥੇ ਹੋਣਗੇ? ਤੇ ਸੰਗਤਾਂ ਸਿੱਖਾਂ ਨੇ ਦੱਸਿਆ ਵੀ ਮਹਾਰਾਜ ਇਸ ਵੇਲੇ ਦੀਵਾਨ ਵਿੱਚ ਬੈਠੇ। ਦੀਵਾਨ ਦਾ ਪਤਾ ਕਰਕੇ ਫਿਰ ਦੌੜ ਕੇ ਜਿੱਥੇ ਮਹਾਰਾਜ ਨੇ ਦੀਵਾਨ ਲਾਇਆ ਉੱਥੇ ਭੱਜ ਕੇ ਪਹੁੰਚਾ ਹੈ। ਬੰਧਨ ਕੀਨ ਸਹੌਲ ਵਿਸਲ। ਸਤਿਗੁਰਾਂ ਨੂੰ ਮੱਥਾ ਟੇਕਿਆ, ਬੜਾ ਹੌਲ ਪੈ ਰਿਹਾ, ਡਰਿਆ ਹੋਇਆ ਹੈ, ਡਰ ਹੈ ਮਨ ਦੇ ਵਿੱਚ। ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਸਾਹ ਚੜ੍ਹਿਆ ਹੋਇਆ, ਬੜਾ ਹੈਰਾਨ ਹੈ ਤੇ ਬੜੀ ਛੇਤੀ 'ਚ ਲੱਗਦਾ ਹੈ ਵੀ ਛੇਤੀ ਮਿਲ ਕੇ ਕੁਝ ਨਾ ਕੁਝ ਮਹਾਰਾਜ ਨੂੰ ਕਹਾਂ। ਮਨ ਵਿੱਚ ਹੌਲ ਪੈਂਦਾ ਪਿਆ, ਚਿਹਰੇ ਦਾ ਰੰਗ ਉਤਰਿਆ ਹੋਇਆ ਤੇ ਸਤਿਗੁਰਾਂ ਦੇ ਦੀਵਾਨ ਵਿੱਚ ਪਹੁੰਚ ਗਿਆ ਹੈ। ਏਰ ਹਾਲ ਤਿਸ ਕੋ ਇਸ ਢਾਰਾ। ਜਦੋਂ ਇਹ ਮਹਾਰਾਜ ਦੇ ਨੇੜੇ ਪਹੁੰਚਿਆ ਨਾ ਤੇ ਮਹਾਰਾਜ ਦੀ ਨਿਗਾਹ ਪੈ ਗਈ, ਇਹਦੇ ਵੱਲ ਧਿਆਨ ਪੈ ਗਿਆ ਜਿੱਥੇ ਬੈਠਾ ਸੀ। ਤੇ ਸਤਿਗੁਰਾਂ ਨੇ ਵੇਖਿਆ
ਇਹ ਡਰਿਆ ਵੀ ਹੋਇਆ, ਹੈਰਾਨ ਵੀ ਲੱਗਣ ਦਿਆ, ਸਾਹ ਵੀ ਚੜਿਆ ਹੋਇਆ, ਚਿਹਰੇ ਦਾ ਰੰਗ ਵੀ ਉਤਰਿਆ ਹੋਇਆ, ਕੋਈ ਵੱਡੀ ਗੱਲ ਹੀ ਲੱਗਦੀ ਹੈ। ਤੇ ਮਹਾਰਾਜ ਨੇ ਪੁੱਛਿਆ ਫਿਰ ਉਹਦੇ ਵੱਲ। ਮਹਾਰਾਜ ਉਸ ਵੇਲੇ ਕਹਿਣ ਲੱਗੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰਾ। ਮਹਾਰਾਜ ਜੀਆਂ ਨੇ ਫਿਰ ਮੁਖੋਂ ਬਚਨ ਆਖੇ ਇਸ ਡਰੇ ਹੋਏ ਸਿੱਖ ਵੱਲ ਵੇਖ ਕੇ ਵੀ ਕਿਹੜੀ ਇਹੋ ਜੀ ਬਿਪਤਾ ਪੈ ਗਈ ਹੈ। ਸਤਿਗੁਰੂ ਜੀ ਆਪਣੇ ਮੁਖੋਂ ਕਹਿਣ ਲੱਗੇ ਹਨ, ਕਉ ਸਿੱਖਾ ਸੁਖ ਹੈ ਤੁਬ ਤਾਈ। ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ ਉਹ ਭਾਈ ਸਿੱਖਾ ਇਹ ਦੱਸ ਵੀ ਸੁਖ ਸ਼ਾਂਤ ਤੇ ਹੈ ਨਾ, ਵੀ ਤੂੰ ਠੀਕ ਠਾਕ ਹੈ, ਤੈਨੂੰ ਸਾਹ ਕਿਉਂ ਚੜਿਆ ਹੋਇਆ, ਤੂੰ ਡਰਿਆ ਕਿਉਂ ਹੋਇਆ, ਗੱਲ ਕੀ ਹੈ, ਤੇਰਾ ਚਿਹਰਾ ਵੀ ਉਤਰਿਆ ਹੋਇਆ, ਕੋਈ ਸੁਖ ਸ਼ਾਂਤ ਵਾਲੀ ਗੱਲ ਹੈ, ਡਰ ਵਾਲੀ ਕਿਹੜੀ ਗੱਲ ਹੈ, ਕੀ ਹੋਇਆ ਹੈ, ਜੋ ਵੀ ਤੇਰੇ ਮਨ ਵਿੱਚ ਡਰ ਹੈ, ਦੁੱਖ ਹੈ, ਸਾਨੂੰ ਦੱਸ, ਸੁਖ ਤੇ ਹੈ ਕਿ ਨਹੀਂ ਹੈ। ਮਹਾਰਾਜ ਨੇ ਪੁੱਛਿਆ ਹੈ, ਕਿਮ ਇਮ ਆਇਓ ਬਹੁ ਸਹਿਸਾਈ। ਸਾਡੇ ਕੋਲ ਕਿਵੇਂ ਦੌੜ ਕੇ ਆਇਆ, ਭੱਜ ਕੇ ਆਇਆ, ਤੈਨੂੰ ਬੜਾ ਸਾਹ ਚੜਿਆ ਹੋਇਆ, ਐਸੀ ਕਿਹੜੀ ਬਿਪਤਾ ਪੈ ਗਈ ਹੈ ਵੀ ਤੂੰ ਭੱਜ ਕੇ ਸਾਡੇ ਕੋਲ ਆਇਆ ਡਰਿਆ ਹੋਇਆ, ਕਾਰਨ ਕੀ ਹੈ ਉਹ ਸਾਨੂੰ ਦੱਸਣਾ ਕਰ। ਸੁਨਤ ਪੁਨਹ ਕਰਨਮ ਉਚਾਰਾ। ਜਦੋਂ ਮਹਾਰਾਜ ਨੇ ਪੁੱਛਿਆ ਇਹ ਸਿੱਖ ਨੂੰ ਤੇ ਫਿਰ ਇਹਨੇ ਮੱਥਾ ਟੇਕਿਆ, ਬੜੀ ਛੇਤੀ ਦੇ ਨਾਲ, ਕਾਹਲੀ ਦੇ ਨਾਲ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਸਤਿਗੁਰਾਂ ਨੂੰ ਫਿਰ ਕਹਿਣ ਲੱਗਾ, ਦੱਸਣ ਲੱਗਾ ਹੈ, ਪਾਤਸ਼ਾਹ ਮੈਂ ਸਿੱਖ ਵਣਜਾਰਾ। ਇਹਨੇ ਫਿਰ ਦੱਸਿਆ, ਮਹਾਰਾਜ ਮੈਂ ਵਣਜਾਰਾ ਸਿੱਖ ਹਾਂ ਤੇ ਮੈਂ ਆਪ ਜੀ ਦੀ ਸਿੱਖੀ ਧਾਰਨ ਕੀਤੀ ਹੈ। ਵਣਜਾਰਾ ਲਬਾਣਿਆਂ ਨੂੰ ਕਿਹਾ ਜਾਂਦਾ ਵੀ ਮੈਂ ਲਬਾਣਾ ਹਾਂ ਮਹਾਰਾਜ, ਸਾਨੂੰ ਲੋਕ ਵਣਜਾਰਾ ਵੀ ਕਹਿ ਦਿੰਦੇ, ਵਣਜਾਰੇ ਵੀ ਆਖਿਆ ਜਾਂਦਾ, ਲਬਾਣੇ ਵੀ ਆਖਿਆ ਜਾਂਦਾ ਹੈ। ਮਹਾਰਾਜ ਮੈਂ ਹੈ ਆਪ ਜੀ ਦਾ ਸਿੱਖ ਤੇ ਮੈਂ ਦੂਰੋਂ ਕਿਸੇ ਉਹ ਨਗਰ ਤੋਂ ਚੱਲ ਕੇ ਆਇਆ ਹਾਂ। ਅਚਰਜ ਹਿਰਤ ਸ਼ੋਰ ਬਿਲੰਦਾ। ਸਤਿਗੁਰਾਂ ਨੇ ਆਖਿਆ ਚਲੋ ਠੀਕ ਹੈ ਤੂੰ ਸਾਡਾ ਸਿੱਖ ਹੈ, ਪਰ ਇਹ ਗੱਲ ਕੀ ਹੈ। ਤੇ ਕਹਿਣ ਲੱਗਾ ਮਹਾਰਾਜ ਗੱਲ ਇਹ ਹੈ ਵੀ ਮੈਂ ਬੜਾ ਹੈਰਾਨ ਹੋ ਕੇ ਤੇ ਆਪਣਾ ਪਿੰਡ ਛੱਡ ਕੇ ਆਇਆ ਹਾਂ। ਤੁਮ ਢਿੱਗ ਪਹੁੰਚਿਓ ਲਖੇ ਅਲੰਬਾ। ਮਹਾਰਾਜ ਇੱਕ ਹੁਣ ਤੁਹਾਡੇ ਬਿਨਾ ਮੇਰਾ ਆਸਰਾ ਕੋਈ ਨਹੀਂ ਹੈ, ਤੁਸੀਂ ਮੇਰਾ ਆਸਰਾ ਹੋ। ਇਹ ਜਿਹੜਾ ਸਿੱਖ ਆਇਆ ਨਾ ਲੁਬਾਣਾ ਚੱਲ ਕੇ, ਮਹਾਰਾਜ ਤੁਹਾਡੇ ਬਿਨਾ ਕੋਈ ਆਸਰਾ ਨਹੀਂ ਤੇ ਮੈਂ ਤੇ ਦੂਰੋਂ ਦੌੜ ਕੇ ਤੁਹਾਡਾ ਆਸਰਾ ਤੱਕ ਕੇ ਆਇਆ, ਮੇਰੇ ਤੇ ਕਿਰਪਾ ਕਰੋ। ਏਕ ਮੋਮਨੀ ਹੈ ਤੋਰੀ। ਤੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗੇ ਦੱਸ ਫਿਰ ਗੱਲ ਕੀ ਹੈ। ਜੇ ਹੁਣ ਦੁੱਖ ਦੱਸੇਗਾ ਤੇ ਤਾਂ ਹੀ ਅਸੀਂ ਤੇਰੀ ਮਦਦ ਕਰਾਂਗੇ ਨਾ, ਜੇ ਦੁੱਖ ਹੀ ਨਾ ਦੱਸੇ, ਕੱਲਾ ਡਰ ਕੇ ਹੀ ਬੈਠਾ ਰਵੇਂ, ਸਾਹ ਚੜਿਆ ਹੋਇਆ, ਤੇ ਫਿਰ ਤੇ ਦੁੱਖ ਦੂਰ ਨਹੀਂ ਨਾ ਹੋਵੇਗਾ। ਸਤਿਗੁਰੂ ਕਹਿਣ ਲੱਗੇ ਆਪਣਾ ਦੁੱਖ ਦੱਸ ਵੀ ਹੈ ਕੀ ਗੱਲ ਹੈ। ਤੇ ਫਿਰ ਇਸ ਨੇ ਦੱਸਿਆ, ਕਹਿਣ ਲੱਗਾ ਮਹਾਰਾਜ ਵੀ ਇੱਧਰ ਨਾ ਤੁਹਾਡੇ ਵਾਲੇ ਪਾਸੇ ਕਿਤੇ ਇੱਕ ਮੁਸਲਮਾਨ ਵਿਅਕਤੀ ਹੈ, ਮੋਮਨੀ ਮੁਸਲਮਾਨ ਨੂੰ ਆਖਿਆ ਜਾਂਦਾ ਹੈ। ਮਹਾਰਾਜ ਇੱਕ ਮੁਸਲਮਾਨ ਬੰਦਾ ਹੈ ਤੇ ਉਹਨੇ ਜੰਤਰ ਮੰਤਰ ਸਿੱਧ ਕੀਤੇ ਹੋਏ ਨੇ, ਕਾਲਾ ਇਲਮ ਵਗੈਰਾ ਉਹਨੇ ਸਿੱਧ ਕੀਤਾ ਹੋਇਆ, ਮੰਤਰ ਉਸਨੇ ਕਈ ਸਿੱਧ ਕੀਤੇ ਹੋਏ, ਮੰਤਰ ਪੜ੍ਹਨੇ ਜਾਣਦਾ ਹੈ, ਲੋਕਾਂ ਦੇ ਉੱਪਰ ਵਾਰ ਕਰਨੇ ਜਾਣਦਾ, ਜਾਦੂ ਟੂਣੇ ਕਰਨੇ ਜਾਣਦਾ ਹੈ। ਮੁਸਲਮਾਨ ਉਹ ਵਿਅਕਤੀ ਹੈ ਤੇ ਕਈ ਤਰ੍ਹਾਂ ਦੇ ਜੰਤਰ ਮੰਤਰ ਕਰਨੇ ਜਾਣਦਾ ਹੈ। ਸਿੱਖਣੀ ਨਿਜ ਬਸ ਮੈਂ ਕਰ ਸ਼ੋਰੀ। ਤੇ ਸਤਿਗੁਰੂ ਪਾਤਸ਼ਾਹ ਜੀ ਉਸਨੇ ਸਾਡੇ ਪਰਿਵਾਰ ਵਿੱਚੋਂ ਇੱਕ ਲੜਕੀ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ, ਮੰਤਰ ਪੜ੍ਹ ਕੇ। ਕੋਈ ਮੰਤਰ ਪੜ੍ਹਿਆ ਉਹਨੇ ਕਿਸੇ ਗ੍ਰੰਥ ਵਿੱਚੋਂ, ਕੋਈ ਸਿੱਧ ਕੀਤਾ ਹੋਇਆ ਮੰਤਰ ਛੱਡ ਕੇ ਸਾਡੇ ਪਰਿਵਾਰ ਦੀ ਇੱਕ ਇਸਤਰੀ ਨੂੰ, ਲੜਕੀ ਨੂੰ ਉਸਨੇ ਆਪਣੇ ਵਸ ਕਰ ਛੱਡਿਆ ਹੈ ਅਤੇ ਉਸ ਨੂੰ ਆਪਣੇ ਉਹ ਮੰਤਰਾਂ ਦੇ ਵਿੱਚੋਂ ਆਜ਼ਾਦ ਨਹੀਂ ਕਰਦਾ ਹੈ। ਮਹਾਰਾਜ ਅਸੀਂ ਬੜੇ ਯਤਨ ਕੀਤੇ ਨੇ ਪਰ ਸਾਡਾ ਯਤਨ ਕੋਈ ਕਾਮਯਾਬ ਨਹੀਂ। ਪਤਾ ਨਹੀਂ ਉਹਨੇ ਕਿਹੜਾ ਮੰਤਰ ਪੜ੍ਹਿਆ, ਕਿੱਥੋਂ ਉਹਨੇ ਇਲਮ ਸਿੱਖਿਆ ਕਿ ਉਹਦੇ ਮੰਤਰ ਦਾ ਜ਼ੋਰ ਇੰਨਾ ਹੈ ਕਿ ਉਸਨੇ ਸਾਡੇ ਪਰਿਵਾਰ ਵਿੱਚੋਂ ਇੱਕ ਔਰਤ ਨੂੰ ਆਪਣੇ ਵਸ ਕਰ ਛੱਡਿਆ ਹੈ। ਐਸੋ ਮੰਤਰ ਪਠਿਓ ਤਿਨ ਕੋਈ। ਪਰ ਮਹਾਰਾਜ ਇਹ ਨਹੀਂ ਪਤਾ ਵੀ ਉਹਨੇ ਮੰਤਰ ਪੜ੍ਹਿਆ ਕਿਹੜਾ, ਕਿੱਥੋਂ ਸਿੱਖਿਆ, ਕਿੱਥੋਂ ਮੰਤਰ ਉਸਨੇ ਸੁਣਿਆ ਹੈ, ਕਮਾਇਆ ਹੈ ਵੀ ਉਹ ਮੰਤਰ ਪੜ੍ਹਿਆ। ਤੇ ਉਸਨੇ ਇੱਕ ਔਰਤ ਨੂੰ ਜਿਹੜੀ ਹੈ ਸਿੱਖ ਔਰਤ ਨੂੰ ਉਸ ਮੁਸਲਮਾਨ ਨੇ ਆਪਣੇ ਵਸ ਵਿੱਚ ਕਰ ਲਿਆ ਹੈ। ਤਿਸ ਕੀ ਬਾਤ ਬਖਾਨਤ ਸੋਈ। ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਉਹ ਮੰਤਰ ਦਾ ਇੰਨਾ ਜ਼ੋਰ ਹੈ, ਉਹ ਜਿਹੜੀ ਸਿੱਖ ਬੀਬੀ ਹੈ ਹੁਣ ਗੱਲ ਹੀ ਉਹਦੀ ਕਰਦੀ ਹੈ। ਅਸੀਂ ਤੇ ਬਥੇਰੇ ਯਤਨ ਕੀਤੇ ਵੀ ਉਸ ਨੂੰ ਇਹਦੇ ਮੰਤਰ ਤੋਂ, ਇਹਦੇ ਪ੍ਰਤਾਪ ਤੋਂ ਮੁਕਤ ਕਰੀਏ, ਇਹਨੂੰ ਬਚਾਈਏ, ਪਰ ਉਹ ਜਿਹੜੀ ਔਰਤ ਉਹਨੇ ਵਸ ਕਰ ਲਈ ਹੈ ਉਹ ਸਿੱਖਾਂ ਦੀ ਲੜਕੀ ਹੈ
ਪਰ ਉਹ ਸਿੱਖ ਲੜਕੀ ਦੇ ਉੱਪਰ ਹੁਣ ਮੰਤਰਾਂ ਦਾ ਜ਼ੋਰ ਹੈ, ਉਹ ਹੁਣ ਗੱਲ ਹੀ ਉਹਦੀ ਕਰਦੀ ਹੈ, ਉਹਦਾ ਹੀ ਪੱਖ ਲੈਂਦੀ ਹੈ। ਤੇ ਮਹਾਰਾਜ ਐਸੀ ਬਿਪਤਾ ਬਣੀ ਹੈ। ਅਬ ਮੈਂ ਨਹੀਂ ਸਿੱਖਣੀ ਰਹੋ। ਉਹ ਹੁਣ ਲੜਕੀ ਇਹ ਗੱਲ ਕਹਿੰਦੀ ਹੈ ਵੀ ਹੁਣ ਮੈਂ ਸਿੱਖਣੀ ਨਹੀਂ ਰਹਿਣਾ, ਮੈਂ ਹੁਣ ਮੁਸਲਮਾਨ ਬਣ ਜਾਣਾ ਹੈ ਸਿੱਖ ਲੜਕੀ ਹੈ, ਮੁਸਲਮਾਨ ਨੇ ਮੰਤਰ ਪੜ੍ਹ ਕੇ ਉਸ ਨੂੰ ਵਸ ਕਰ ਲਿਆ ਹੈ। ਉਹ ਲੜਕੀ ਹੁਣ ਮੂੰਹੋਂ ਬੋਲ ਕੇ ਕਹਿੰਦੀ ਮੈਂ ਸਿੱਖ ਬਣਨਾ ਹੀ ਨਹੀਂ, ਮੈਂ ਸਿੱਖ ਰਹਿਣਾ ਹੀ ਨਹੀਂ, ਮੈਂ ਤੇ ਮੁਸਲਮਾਨ ਹੋਣਾ ਹੈ। ਮਹਾਰਾਜ ਜਦੋਂ ਅਸੀਂ ਇਹ ਗੱਲ ਸੁਣੀ ਤੇ ਮੈਂ ਤੇ ਦੌੜਿਆ ਤੁਹਾਡੇ ਵੱਲ ਵੀ ਤੁਸੀਂ ਉਹ ਮੇਰਾ ਇੱਕ ਆਸਰਾ। ਸਤਿਗੁਰੂ ਪਾਤਸ਼ਾਹ ਸਾਡੇ ਘਰ ਦੀ ਇੱਕ ਔਰਤ ਮੁਸਲਮਾਨ ਬਣ ਜਾਵੇ, ਬੜੀ ਮਾੜੀ ਗੱਲ ਹੈ, ਅਸੀਂ ਤੁਹਾਡੇ ਸਿੱਖ ਹਾਂ, ਸਾਡੇ ਤੇ ਕਿਰਪਾ ਕਰੋ। ਇਸ ਅਨੁਸਾਰ ਹੁਣ ਮੈਂ ਚਾਹਾਂ। ਅਤੇ ਉਹ ਲੜਕੀ ਇਹ ਗੱਲ ਕਹਿੰਦੀ ਹੈ ਵੀ ਮੈਂ ਹੁਣ ਇਸ ਮੁਸਲਮਾਨ ਦੇ ਅਨੁਸਾਰ ਰਹਿਣਾ ਹੈ, ਇਸ ਮੁਸਲਮਾਨ ਦੀ ਆਗਿਆ ਵਿੱਚ ਹੀ ਰਹਿਣਾ ਹੈ। ਜਿਵੇਂ ਮੁਸਲਮਾਨ ਕਰੇਗਾ ਨਾ ਮੈਨੂੰ ਉਹੀ ਠੀਕ ਹੈ, ਮੈਂ ਇਸ ਮੁਸਲਮਾਨ ਦੇ ਹੀ ਰਹਿਣਾ ਹੈ, ਇਹਦੇ ਹੀ ਵਸਣਾ ਹੈ, ਇਹਨੂੰ ਆਪਣਾ ਆਦਮੀ ਮੰਨਦੀ ਹਾਂ ਅਤੇ ਮੈਂ ਵੀ ਮੁਸਲਮਾਨ ਹੀ ਬਣਨਾ ਹੈ, ਮੈਂ ਇਹਦੇ ਅਨੁਸਾਰ ਹੀ ਰਵਾਂਗੀ, ਪਰ ਮੈਂ ਸਿੱਖ ਹੁਣ ਨਹੀਂ ਰਹਿਣਾ ਹੈ। ਕਰ ਜੋਰੇ ਹਮ ਜਿਤ ਕਨਿਕੇਤ। ਮਹਾਰਾਜ ਜਿੰਨੇ ਕੁ ਸਾਡੇ ਪਿੰਡ ਵਿੱਚ ਘਰ ਸਨ, ਅਸੀਂ ਸਾਰੇ ਸਿੱਖ ਇਕੱਠੇ ਹੋ ਗਏ ਤੇ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਉਸ ਬੀਬੀ ਦੇ ਅੱਗੇ ਹੱਥ ਜੋੜੇ ਵੀ ਤੂੰ ਆਹ ਕੰਮ ਨਾ ਕਰ, ਵੀ ਮੁਸਲਮਾਨ ਨਾ ਬਣ, ਲੋਕਾਂ ਵਿੱਚ ਸਾਡੀ ਇੱਜ਼ਤ ਨਹੀਂ ਰਹੇਗੀ, ਦੁਨੀਆ ਨੂੰ ਅਸੀਂ ਕੀ ਮੂੰਹ ਵਿਖਾਵਾਂਗੇ, ਆਪਾਂ ਸਿੱਖ ਹੁੰਦੇ ਹਾਂ ਗੁਰੂ ਦੇ, ਆਪਣੇ ਵਾਸਤੇ ਮੁਸਲਮਾਨ ਬਣਨਾ ਬੜਾ ਮਾੜਾ ਹੈ। ਅਸੀਂ ਸਾਰਿਆਂ ਨੇ ਹੱਥ ਜੋੜੇ, ਮਿੰਨਤ ਤਰਲਾ ਕੀਤਾ ਉਸ ਬੀਬੀ ਨੂੰ ਕਿ ਮੁਸਲਮਾਨ ਨਾ ਹੋਣਾ ਕਰ। ਬਹੁਤ ਸੁੱਖਾਂ ਸੁਖੀ ਸੁਖ ਹੋਤ। ਤੇ ਮਹਾਰਾਜ ਅਸੀਂ ਬੜੀਆਂ ਸੁੱਖਾਂ ਵੀ ਸੁਖੀਆਂ ਕਿ ਫਲਾਣੇ ਤੀਰਥ ਤੇ ਜਾਵਾਂਗੇ, ਫਲਾਣੀ ਥਾਂ ਤੇ ਅਸੀਂ ਪ੍ਰਸ਼ਾਦ ਕਰਾਵਾਂਗੇ, ਫਲਾਣੀ ਥਾਂ ਤੇ ਮੱਥਾ ਟੇਕ ਕੇ ਆਵਾਂਗੇ। ਮਹਾਰਾਜ ਸੁਖਨਾ ਵੀ ਬੜੀਆਂ ਸੁੱਖ ਲਈਆਂ, ਪ੍ਰਸ਼ਾਦ ਵੀ ਬੜੇ ਸੁੱਖ ਲੈ, ਮਿੰਨਤਾਂ ਵੀ ਬੜੀਆਂ ਕਰ ਲਈਆਂ, ਨਾ ਸਾਡੀ ਸੁਖਨਾ ਕੋਈ ਚੱਲੀ ਹੈ, ਨਾ ਕੋਈ ਸਾਡਾ ਪ੍ਰਸ਼ਾਦ ਮਨਜ਼ੂਰ ਹੋਇਆ, ਨਾ ਸਾਡੀ ਕਿਤੇ ਫਰਿਆਦ ਪਹੁੰਚੀ ਹੈ। ਧਿਆਇਆ ਤੇ ਅਸੀਂ ਬੜਿਆਂ ਨੂੰ ਹੈ, ਪਰ ਬੜਿਆਂ ਦੇ ਵਿੱਚੋਂ ਕੋਈ ਵੀ ਨਹੀਂ ਬੌੜਿਆ ਹੈ। ਉਹ ਲੜਕੀ ਟਸ ਤੋਂ ਮਸ ਨਹੀਂ ਹੋਈ ਹੈ, ਉਹ ਤੇ ਕਹਿੰਦੀ ਮੈਂ ਮੁਸਲਮਾਨ ਹੀ ਰਹਿਣਾ ਹੈ। ਤੇ ਮਹਾਰਾਜ ਜਦੋਂ ਕਿਤੇ ਜ਼ੋਰ ਨਹੀਂ ਚੱਲਿਆ ਤੇ ਤੁਹਾਡੇ ਕੋਲ ਆਏ ਹਾਂ। ਸਤਿਗੁਰ ਕਹਿਓ ਸੋ ਜਾਨ ਅਜੋਗ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਨੇ ਹੈ ਵੀ ਇਹ ਅਯੋਗ ਜਾਣ ਵਾਲੀ ਗੱਲ ਹੈ, ਵੀ ਇਹ ਗੱਲ ਹੈ ਤੇ ਬੜੀ ਅਯੋਗ ਮਾੜੀ ਹੈ, ਵੀ ਇੱਕ ਸਿੱਖ ਪਰਿਵਾਰ ਵਿੱਚ ਦਾ ਲੜਕਾ ਲੜਕੀ ਜਿਹੜਾ ਮੁਸਲਮਾਨ ਬਣ ਜਾਵੇ, ਗੱਲ ਬਹੁਤੀ ਅਯੋਗ ਹੈ। ਪੀਰ ਮੁਰੀਦੀ ਸਿੱਖਣੀ ਹੋਗ। ਤੇ ਮਹਾਰਾਜ ਕਹਿਣ ਲੱਗੇ ਵੀ ਫਿਰ ਗੱਲ ਬਚਨੀ ਹੈ ਵੀ ਸਿੱਖਣੀ ਪੀਰਾਂ ਦੀ ਮੁਰੀਦ ਹੋਵੇਗੀ। ਜੇ ਉਹ ਇਹ ਗੱਲ ਕਹਿੰਦੀ ਹੈ ਨਾ ਵੀ ਮੈਂ ਮੁਸਲਮਾਨ ਬਣਨਾ ਹੈ ਤੇ ਉਹ ਅੱਜ ਹੀ ਤਿਆਰ ਨਹੀਂ ਹੋਈ, ਫਿਰ ਮਹਾਰਾਜ ਕਹਿਣ ਲੱਗੇ ਹੋ ਸਕਦਾ ਉਹ ਲੰਮੇ ਸਮੇਂ ਤੋਂ ਹੀ ਇਹ ਚਾਹੁੰਦੀ ਹੋਵੇ, ਪੀਰਾਂ ਦੀ ਮੁਰੀਦ ਬਣੀ ਹੋਵੇ, ਪੀਰਾਂ ਦੀ ਜਗ੍ਹਾ ਤੇ ਜਾ ਕੇ ਉਹ ਦੀਵਾ ਜਗਾਉਂਦੀ ਹੋਵੇ, ਜਾ ਕੇ ਉੱਥੇ ਪ੍ਰਸ਼ਾਦ ਚੜਾਉਂਦੀ ਹੋਵੇਗੀ, ਪ੍ਰਸ਼ਾਦ ਖਾਂਦੀ ਹੋਵੇਗੀ, ਪੀਰ ਦੀ ਜਗ੍ਹਾ ਤੇ ਜਾ ਕੇ ਝਾੜੂ ਲਾਉਂਦੀ ਹੋਵੇਗੀ। ਇਹ ਭਾਈ ਸਿੱਖਾ ਇਹ ਨਹੀਂ ਵੀ ਉਸ ਮੁਸਲਮਾਨ ਨੇ ਮੰਤਰ ਪੜ੍ਹਿਆ ਹੈ ਤੇ ਉਹਦੇ ਵੱਸ ਵਿੱਚ ਹੋ ਗਈ ਹੈ। ਜਿਸ ਔਰਤ ਦੀ ਤੂੰ ਗੱਲ ਕਰਦਾ ਹੈ ਨਾ, ਉਹ ਔਰਤ ਪੀਰਾਂ ਨੂੰ ਮੰਨਦੀ ਹੋਵੇਗੀ ਤੇ ਉੱਥੇ ਕਬਰਾਂ ਤੇ ਜਾ ਕੇ ਦੀਵੇ ਜਗਾਉਂਦੀ ਹੋਵੇਗੀ, ਝਾੜੂ ਲਾਉਂਦੀ ਹੋਵੇਗੀ, ਸੇਵਾ ਕਰਦੀ ਹੋਵੇਗੀ। ਸਾਡੇ ਵਿੱਚ ਵੀ ਕੁਝ ਐਸੇ ਲੋਕ ਹੈਗੇ ਨਾ, ਪੀਰ ਦੀ ਜਗ੍ਹਾ ਤੇ ਜਾ ਕੇ ਝਾੜੂ ਦੇ ਕੇ ਆਉਂਦੇ, ਧੂਫਾ ਦਿਖਾ ਕੇ ਆਉਂਦੇ, ਦੀਵੇ ਬਾਲ ਕੇ ਆਉਂਦੇ, ਬੜਾ ਕੁਝ ਕਰਦੇ। ਇਹ ਉਹਨਾਂ ਦੇ ਵਾਸਤੇ ਸਾਖੀ ਹੈ, ਜਿਹੜੇ ਇਸ ਤਰ੍ਹਾਂ ਕਰਦੇ ਨਾ, ਉਹਨਾਂ ਦੀ ਹਾਲਤ ਕੀ ਹੈ ਉਹ ਆਪਾਂ ਸੁਣਦੇ ਪਏ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਤੇ ਫਿਰ ਬੜੇ ਚਿਰ ਤੋਂ ਮੁਰੀਦ ਹੋਵੇਗੀ। ਖਾਵਤ ਹੋਗ ਸ਼ਰੀਣੀ ਸੋਏ। ਤੇ ਮਹਾਰਾਜ ਕਹਿਣ ਲੱਗੇ ਵੀ ਇਸ ਤਰ੍ਹਾਂ ਨਹੀਂ ਮੰਤਰ ਕਿਸੇ ਦਾ ਚੱਲਦਾ ਹੈ, ਨਾ ਹੀ ਮੰਤਰ ਇਸ ਤਰ੍ਹਾਂ ਕਿਸੇ ਦਾ ਅਸਰ ਕਰਦਾ ਹੈ। ਇਸ ਬੀਬੀ ਨੇ ਜ਼ਰੂਰ ਕਿਸੇ ਮੁਸਲਮਾਨ ਤੋਂ ਲੈ ਕੇ ਪ੍ਰਸ਼ਾਦ ਖਾਧਾ ਹੈ, ਜਾਂ ਕਿਸੇ ਕਬਰ ਤੇ ਪਿਆ ਚੁੱਕ ਕੇ ਪ੍ਰਸ਼ਾਦ ਖਾਧਾ। ਸ਼ੀਰਣੀ ਪ੍ਰਸ਼ਾਦ ਜਿਹੜਾ ਉਹ ਮੁਸਲਮਾਨਾਂ ਦੀਆਂ ਮਜ਼ਾਰਾਂ ਤੇ ਚੜ੍ਹਦਾ ਹੈ। ਇਹ ਜਿਹੜੀ ਔਰਤ ਹੁਣ ਕਹਿੰਦੀ ਹੈ ਨਾ ਮੈਂ ਮੁਸਲਮਾਨ ਬਣਨਾ ਹੈ, ਇਹਦੇ ਉੱਪਰ ਮੰਤਰਾਂ ਦਾ ਅਸਰ ਹੋ ਗਿਆ ਹੈ। ਮੰਤਰਾਂ ਦਾ ਅਸਰ ਐਵੇਂ ਨਹੀਂ ਹੁੰਦਾ ਵੀ ਰਾਹ ਜਾਂਦਿਆਂ ਜਿੱਥੇ ਮਰਜ਼ੀ ਅਸਰ ਹੋ ਜਾਵੇ। ਮੰਤਰ ਦੀ ਪਕੜ ਵਿੱਚ ਉਹ ਆਉਂਦਾ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਦ ਖਾਂਦਾ ਹੈ। ਹੋ ਸਕਦਾ ਕਿਸੇ ਮੁਸਲਮਾਨ ਨੇ ਕੋਈ ਕਰ ਕਰਾ ਕੇ ਮੰਤਰ ਪੜ੍ਹ ਕੇ ਪ੍ਰਸ਼ਾਦ ਖਵਾ ਦਿੱਤਾ ਹੋਵੇ, ਜਾਂ ਇਸ ਬੀਬੀ ਨੇ ਜਾ ਕੇ ਕਿਤੇੋਂ ਕਬਰ ਤੋਂ ਚੁੱਕੇ ਪ੍ਰਸ਼ਾਦ ਆਪ ਖਾ ਲਿਆ ਹੋਵੇ, ਇਹਨੇ ਕਿਤੇੋਂ ਸ਼ੀਰਣੀ ਪ੍ਰਸ਼ਾਦ ਖਾਧਾ ਹੋਵੇਗਾ, ਤਾਂ ਇਹ ਮੁਸਲਮਾਨ ਬਣਨਾ ਚਾਹੁੰਦੀ ਹੈ। ਇਸ ਕਾਰਨ ਤੇ ਬਸ ਤਿਸ ਹੋਏ। ਮਹਾਰਾਜ ਕਹਿਣ ਲੱਗੇ ਵੀ ਇਹ ਕਾਰਨ ਹੈ, ਉਹ ਵਸ ਤਾਂ ਹੋਈ ਹੈ। ਦੋ ਹੀ ਕਾਰਨ ਨੇ, ਜਾਂ ਤੇ ਉਸ ਨੂੰ ਪ੍ਰਸ਼ਾਦ ਕਿਸੇ ਨੇ
ਮੰਤਰ ਪੜ੍ਹ ਕੇ ਤੇ ਕਰਕੇ ਖਵਾਇਆ ਹੈ, ਤੇ ਜਾਂ ਉਹਨੇ ਕਿਸੇ ਮਜ਼ਾਰ ਤੋਂ ਕਬਰ ਤੋਂ ਚੁੱਕ ਕੇ ਖਾਧਾ ਹੈ। ਗੁਰੂ ਕੇ ਸਿੱਖ ਨੂੰ ਬਿਲਕੁਲ ਮਨਾ ਹੈ ਗੁਰੂ ਦੇ ਘਰ ਤੋਂ ਬਿਨਾਂ ਕਿਤੇ ਦੂਜੀ ਥਾਂ ਤੋਂ ਪ੍ਰਸ਼ਾਦ ਖਾਣਾ। ਪਰ ਆਪਾਂ ਆਖਦੇ ਆ ਵੀ ਮੈਂ ਤੇ ਬੜਾ ਸਿਆਣਾ ਹਾਂ, ਮੈਂ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ, ਮੈਨੂੰ ਤੇ ਸਾਰੇ ਹੀ ਚੰਗੇ ਬੇਸ਼ੱਕ ਹੀ ਸਾਰੇ ਨੇ, ਪਰ ਤੂੰ ਆਪਣੇ ਧਰਮ ਤੋਂ ਪਰੇ ਨਹੀਂ ਹੋਣਾ ਹੈ। ਖਾਣਾ ਪੀਣਾ, ਬਹਿਣਾ ਉੱਠਣਾ, ਬੋਲ ਚਾਲ, ਨਿਤਨੇਮ, ਸਿਮਰਨ, ਇਹ ਆਪਣੇ ਧਰਮ ਦਾ ਹੀ ਰੱਖਣਾ ਹੈ। ਦੂਜਿਆਂ ਦੇ ਨਾਲ ਜੈ ਜੈਕਾਰਾ ਸਾਂਝਾ ਹੋ ਸਕਦਾ ਹੈ, ਉਹਨਾਂ ਦੀ ਖੁਸ਼ੀ ਗਮੀ 'ਤੇ ਤੂੰ ਪਹੁੰਚ ਸਕਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਉਹਨਾਂ ਦੇ ਰੰਗ ਵਿੱਚ ਹੀ ਰੰਗ ਜਾਵੇਂ ਵੀ ਮੈਂ ਵੀ ਹੁਣ ਇਹੋ ਹੀ ਬਣਨਾ ਜੋ ਤੁਸੀਂ ਬਣੇ ਹੋਏ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਡੀ ਮਰਿਆਦਾ ਇੱਕ ਵੱਖਰੀ ਲਿਖੀ ਹੈ ਵੀ ਗੁਰੂ ਦਾ ਸਿੱਖ ਮੜੀ ਮਸਾਨ ਕਬਰ ਤੋਂ ਕਦੇ ਪ੍ਰਸ਼ਾਦ ਨਾ ਲੈ ਕੇ ਖਾਵੇ, ਤੇ ਨਾ ਹੀ ਮੜੀ ਮਸਾਨ 'ਤੇ ਪ੍ਰਸ਼ਾਦ ਵੰਡੇ। ਪਰ ਗੁਰਮੁਖੋ ਜਿੰਨੀਆਂ ਫੁੱਲੀਆਂ ਤੇ ਪਤਾਸੇ ਵੀਰਵਾਰ ਨੂੰ ਆਪਾਂ ਚੜ੍ਹਾ ਕੇ ਆਉਂਦੇ ਹਨ, ਕਬਰ ਵਾਲੇ ਬਾਬੇ ਨੂੰ ਜ਼ਰੂਰ ਸ਼ੂਗਰ ਕਰਕੇ ਹਟਾਂਗੇ ਜਿੰਨਾ ਪ੍ਰਸ਼ਾਦ ਅਸੀਂ ਚੜ੍ਹਾਉਂਦੇ। ਉਹਦੇ ਪਹਿਲਾਂ ਮਰ ਕੇ ਮੜੀ ਵਿੱਚ ਬੈਠਾ, ਉਹਨੂੰ ਹੋਰ ਮਿੱਠਾ ਖਵਾਈ ਜਾਂਦੇ। ਗੁਰੂ ਨੇ ਰੋਕਿਆ ਹੈ, ਗੁਰੂ ਕਿਹਾ ਸਿੱਖਾ ਤੂੰ ਕਿਸੇ ਤਰ੍ਹਾਂ ਦਾ ਨਾ ਪ੍ਰਸ਼ਾਦ ਚੜ੍ਹਾਉਣਾ ਨਾ ਖਾਣਾ। ਅਸੀਂ ਖਾਂਦੇ ਵੀ ਹਾਂ, ਚੜ੍ਹਾਉਂਦੇ ਵੀ ਹਾਂ, ਜਿੰਨਾ ਅਸੀਂ ਚੜ੍ਹਾਉਂਦੇ ਉਹਨਾਂ ਕੋਈ ਨਹੀਂ ਚੜ੍ਹਾਉਂਦਾ ਹੈ। ਜਿੱਥੋਂ ਗੁਰੂ ਨੇ ਰੋਕਿਆ ਉਹ ਅਸੀਂ ਕਰਦੇ ਹਾਂ। ਕਾਹਦੇ ਵਾਸਤੇ? ਆਪਣੇ ਸੁੱਖ ਵਾਸਤੇ, ਵੀ ਸਾਨੂੰ ਇੱਥੋਂ ਕੁਝ ਨਾ ਕੁਝ ਮਿਲੇ। ਹੁਣ ਮੜੀ ਦੇ ਵਿੱਚੋਂ ਮਿਲਣਾ ਤੇ ਕੁਝ ਨਹੀਂ ਹੈ, ਪਰ ਮੜੀ ਸਾਡੇ 'ਤੇ ਭਾਰੀ ਜ਼ਰੂਰ ਪਵੇਗੀ, ਚਿੰਬੜ ਜ਼ਰੂਰ ਜਾਵੇਗੀ, ਲੱਥੇਗੀ ਨਹੀਂ। ਆ ਜਿਹੜੇ ਲੋਕ ਵੇਖੋ ਵੇਖੀ ਦੀਵਾ ਜਗਾਉਣ ਲੱਗ ਪੈਂਦੇ ਨਾ, ਫਲਾਣਾ ਜਗਾਉਂਦਾ ਤੇ ਮੈਂ ਵੀ ਜਗਾਵਾਂ, ਉਹ ਦੀਵਾ ਇੰਨਾ ਭਾਰੀ ਪੈਂਦਾ ਮੁੜ ਕੇ ਛੱਡਿਆ ਹੀ ਨਹੀਂ ਜਾਂਦਾ, ਸਾਰੇ ਜੀ ਮੰਜੀ 'ਤੇ ਹੀ ਪੈ ਜਾਂਦੇ। ਤੇ ਫਿਰ ਜਦੋਂ ਕਿਤੇ ਜਾ ਕੇ ਪੁੱਛਣਗੇ ਨਾ ਵੀ ਕੀ ਬਿਪਤਾ ਕਿਉਂ ਪਈ ਹੈ, ਕਹਿੰਦੇ ਵੀ ਦੀਵਾ ਜਗਾਉਂਦਾ ਸੀ ਤੁਹਾਡਾ ਕੋਈ ਵੱਡਾ ਵਡੇਰਾ, ਹੁਣ ਤੁਸੀਂ ਵੀ ਜਗਾਓ ਤੇ ਤਾਂ ਗੱਲ ਬੰਨੀ ਹੈ। ਇੱਕ ਨੇ ਜਗਾਇਆ, ਦੂਜੇ ਤੇ ਵੇਖਿਆ, ਦੂਜੇ ਤੋਂ ਗਾਂਹ ਵਿੱਚ ਪੂਰੇ ਖਾਨਦਾਨ ਪੀੜ੍ਹੀਆਂ ਕੁੱਲਾਂ ਤੱਕ ਮੁਸੀਬਤ ਪੈ ਗਈ। ਫਿਰ ਉਹ ਕਾਠੀ ਪਾ ਲੈਂਦੇ, ਜਿਹਦੇ ਤੇ ਕਾਠੀ ਪੈ ਜਾਵੇ, ਜਿਹੜਾ ਮੰਨਣ ਲੱਗ ਪਵੇ ਉਹਨੂੰ ਫਿਰ ਚੰਗਾ ਭਾਰੀ ਕਸ਼ਟ ਮਿਲਦਾ ਹੈ, ਦੁੱਖ ਮਿਲਦਾ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਵੀ ਇਹਨਾਂ ਦਾ ਪ੍ਰਸ਼ਾਦ ਨਾ ਖਾਵੇ, ਇਹਨਾਂ ਦੇ ਅੱਗੇ ਸਿਰ ਨਾ ਝੁਕਾਵੇ। ਗੁਰੂ ਕਾ ਸਿੱਖ ਨਾ ਬਾਣੀ ਪੜ੍ਹਨ ਵਾਲਾ, ਬਾਣੀ ਪੜ੍ਹਦਾ, ਮੜੀ ਨੂੰ ਨਹੀਂ ਮੰਨਦਾ ਹੈ, ਕਬਰ ਨੂੰ ਨਹੀਂ ਮੰਨਦਾ ਹੈ। ਉਹ ਸਿੱਖ ਦੀ ਘਰਵਾਲੀ ਕਹਿਣ ਲੱਗੀ ਵੀ ਇਹ ਕਬਰ ਬੜੀ ਜ਼ਾਰੀ ਹੈ, ਆਪਾਂ ਇਹਨੂੰ ਮੰਨਿਆ ਕਰੀਏ। ਲੋਕਾਂ ਦੀਆਂ ਵੇਖੋ ਕਿੰਨੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਤੇ ਉਹ ਸਿੱਖ ਕਹਿਣ ਲੱਗਾ ਵੀ ਮੈਂ ਤੇ ਗੁਰੂ ਦਾ ਸਿੱਖ ਹਾਂ, ਮੈਂ ਕਿਉਂ ਮੰਨਾਂ। ਗੁਰਮੁਖੋ ਇਸੇ ਗੱਲ ਦਾ ਉਹਨਾਂ ਦੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਬੀਬੀ ਆਖੇ ਵੀ ਮੰਨਿਆ ਕਰੀਏ, ਮੈਂ ਮੰਨਾਂ ਤੂੰ ਵੀ ਮੰਨ। ਬੰਦਾ ਆਖੇ ਵੀ ਮੈਂ ਤੇ ਮੰਨਣਾ ਨਹੀਂ, ਮੈਂ ਤੇ ਗੁਰੂ ਨੂੰ ਮੰਨਾਂਗਾ। ਉਹ ਕਲੇਸ਼ ਕਈ ਦਿਨ ਚੱਲਦਾ ਰਿਹਾ, ਝਗੜਾ ਚੱਲਦਾ ਰਿਹਾ, ਇਸੇ ਗੱਲ ਤੋਂ ਬਹਿਸਬਾਜ਼ੀ ਸ਼ੁਰੂ ਹੋ ਗਈ। ਕਈ ਦਿਨ ਝਗੜਾ ਚੱਲਦਾ ਰਿਹਾ, ਤੇ ਇੱਕ ਦਿਨ ਉਸ ਬੀਬੀ ਨੇ ਕਿਹਾ ਵੀ ਮੈਂ ਤੇ ਮੰਨਦੀ ਹਾਂ, ਤੂੰ ਕਿਉਂ ਨਹੀਂ ਮੰਨਦਾ, ਤੂੰ ਵੀ ਮੰਨਿਆ ਕਰ। ਉਹਨੇ ਝਗੜੇ ਕਲੇਸ਼ ਤੋਂ ਤੰਗ ਹੋ ਕੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਜੇ ਤੂੰ ਵੀ ਮੰਨਦੀ ਚੱਲ ਮੈਂ ਵੀ ਮੰਨਦਾ, ਮੈਂ ਵੀ ਮੰਨ ਲੈਂਦਾ, ਤੂੰ ਝਗੜਾ ਛੱਡ। ਇੰਨੀ ਗੱਲ ਕਹਿ ਕੇ ਉਹਨੇ ਸਿਰ ਝੁਕਾ ਦਿੱਤਾ। ਸਿਰ ਝੁਕਾ ਦਿੱਤਾ, ਬਿਮਾਰ ਪੈ ਗਿਆ, ਮੰਜੇ 'ਤੇ ਪੈ ਗਿਆ। ਦਿਨ ਬ ਦਿਨ ਹਾਲਤ ਵਿਗੜਦੀ ਗਈ ਹੈ। ਕਿਸੇ ਗੁਰਮੁਖ ਪਿਆਰੇ ਨੂੰ ਬੁਲਾ ਕੇ ਪੁੱਛਿਆ ਕਾਰਨ ਕੀ ਹੈ। ਕਾਰਨ ਗੁਰਮੁਖ ਨੇ ਜਦੋਂ ਬਾਣੀ ਪੜ੍ਹੀ ਨਾ, ਨਾਮ ਜਪਿਆ, ਅਰਦਾਸ ਕੀਤੀ, ਤੇ ਕਹਿਣ ਲੱਗੇ ਉਸ ਪੀਰ ਨੇ ਹੀ ਬੋਲ ਕੇ ਦੱਸਿਆ ਵੀ ਇਹ ਮੈਨੂੰ ਮੰਨਦਾ ਨਹੀਂ ਸੀ, ਮੇਰੇ ਅੱਗੇ ਸਿਰ ਨਹੀਂ ਸੀ ਝੁਕਾਉਂਦਾ, ਇਹ ਪੜ੍ਹਦਾ ਸੀ ਬਾਣੀ ਤੇ ਮੇਰਾ ਇਹਦੇ ਅੱਗੇ ਕੋਈ ਜ਼ੋਰ ਨਹੀਂ ਸੀ ਚੱਲਦਾ, ਮੈਂ ਇਹਦੇ ਅੱਗੇ ਜ਼ੋਰ ਨਹੀਂ ਚਲਾ ਸਕਿਆ ਕਿਉਂਕਿ ਮੈਨੂੰ ਮੰਨਦਾ ਨਹੀਂ ਸੀ। ਜਿੱਦਣ ਇਹਨੇ ਸਿਰ ਝੁਕਾ ਕੇ ਮੈਨੂੰ ਆਖਿਆ ਨਾ ਵੀ ਲੈ ਮੈਂ ਵੀ ਮੰਨਿਆ, ਇਹਦਾ ਸਿਰ ਮੇਰੇ ਅੱਗੇ ਝੁਕਿਆ, ਮੈਂ ਇਹਦੇ 'ਤੇ ਸਵਾਰ ਹੋ ਗਿਆ, ਇਹਨੂੰ ਮੈਂ ਕਾਬੂ ਕਰ ਲਿਆ। ਤਾਂ ਮਹਾਰਾਜ ਨੇ ਆਖਿਆ ਗੁਰੂ ਕੇ ਸਿੱਖ ਦਾ ਸਿਰ ਕੇਵਲ ਗੁਰੂ ਦੇ ਅੱਗੇ ਝੁਕੇ, ਗੁਰੂ ਤੋਂ ਬਿਨਾਂ ਕਿਸੇ ਅੱਗੇ ਸਿਰ ਨਾ ਝੁਕੇ। ਜਿਹਦੇ ਅੱਗੇ ਸਿਰ ਝੁਕਾ ਦਿੱਤਾ ਉਹ ਕਾਠੀ ਪਾਵੇਗਾ, ਉਹ ਤੇ ਫਿਰ ਚੜ੍ਹੇਗਾ ਨਾ ਸਿਰ 'ਤੇ ਆ ਕੇ ਵੀ ਤੂੰ ਤੇ ਹੁਣ ਮੇਰਾ ਹੋ ਗਿਆ, ਮੇਰੇ ਅੱਗੇ ਝੁਕ ਗਿਆ। ਨਾ ਕਿਸੇ ਅੱਗੇ ਸਿਰ ਝੁਕਾਉਣਾ ਹੈ, ਨਾ ਕਿਸੇ ਦਾ ਝੂਠਾ ਪ੍ਰਸ਼ਾਦ ਖਾਣਾ। ਅਸੀਂ ਕਿਸੇ ਪੀਰ ਫਕੀਰ ਦੀ ਝੂਠ ਕਿਉਂ ਖਾਈਏ, ਅਸੀਂ ਤੇ ਗੁਰੂ ਕੇ ਸਿੱਖ ਹਾਂ, ਤੇ ਅਸੀਂ ਉਹਨਾਂ ਦਾ ਪ੍ਰਸ਼ਾਦ ਬਿਲਕੁਲ ਨਹੀਂ ਖਾਣਾ, ਨਹੀਂ ਵਰਤਣਾ, ਨਹੀਂ ਦੇਣਾ।
ਰੋ ਵਿਚਾਰ ਮਹਾਰਾਜ ਕਹਿੰਦੇ ਪਏ। ਸਤਿਗੁਰੂ ਕਹਿਣ ਲੱਗੇ ਭਾਈ ਗੱਲ ਇਹ ਹੈ ਵੀ ਇਸ ਬੀਬੀ ਨੇ ਨਾ ਉਹਨਾਂ ਦਾ ਪ੍ਰਸ਼ਾਦ ਖਾਧਾ ਹੈ, ਉਹਨਾਂ ਦੇ ਘਰੋਂ ਲੈ ਕੇ ਖਾਧਾ, ਤੇ ਤਾਂ ਮੰਤਰਾਂ ਦਾ ਅਸਰ ਇਹਦੇ ਤੇ ਪੈ ਗਿਆ। ਇਹ ਤਾਂ ਕਹਿੰਦੀ ਹੈ ਵੀ ਮੈਂ ਮੁਸਲਮਾਨ ਰਹਿਣਾ ਹੈ, ਮੈਂ ਸਿੱਖ ਨਹੀਂ ਰਹਿਣਾ। ਰਾਹ ਜਾਂਦੇ ਤੇ ਮੰਤਰ ਐਵੇਂ ਨਹੀਂ ਅਸਰ ਕਰਦਾ, ਇੱਦਾਂ ਤੇ ਸਾਰੀ ਦੁਨੀਆ ਹੀ ਆਪਣੇ ਵੱਸ ਵਿੱਚ ਕਰਕੇ ਤੁਰਿਆ ਫਿਰ। ਮੰਤਰ ਵੀ ਅਸਰ ਉਹਦੇ ਤੇ ਕਰਦਾ ਜਿਹੜਾ ਉਹਨਾਂ ਦਾ ਝੂਠਾ ਪ੍ਰਸ਼ਾਦ ਖਾਂਦਾ ਹੈ, ਜਿਹੜਾ ਉਹਨਾਂ ਦਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਹਨ ਸਿੱਖ ਬਿਨਾਂ ਬੋਲਿਓ ਕਰ ਜੋਰੀ। ਜਦੋਂ ਮਹਾਰਾਜ ਨੇ ਆਖਿਆ ਨਾ ਵੀ ਭਾਈ ਇਹਨੇ ਉਹਨਾਂ ਦਾ ਝੂਠ ਖਾਧੀ ਹੈ ਤੇ ਤਾਂ ਇਹ ਐਸੇ ਬਚਨ ਕਰਦੀ ਹੈ, ਉਹ ਜਿਹੜਾ ਲਬਾਨਾ ਸਿੱਖ ਆਇਆ ਸੀ ਨਾ, ਉਹਨੇ ਹੱਥ ਜੋੜ ਕੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ। ਕਹਿਣ ਲੱਗਾ ਸਤਿਗੁਰੂ ਮੇਰੀ ਬੇਨਤੀ ਸੁਣਨਾ ਕਰੋ। ਬਖਸ਼ੋ ਇਹ ਭਾਣਜੀ ਮੋਰੀ। ਮਹਾਰਾਜ ਬਖਸ਼ ਲਵੋ, ਮਾਫ ਕਰ ਦਿਓ, ਮੇਰੀ ਭਾਣਜੀ ਹੈ, ਮੇਰੀ ਭੈਣ ਦੀ ਲੜਕੀ ਹੈ। ਤੇ ਮਹਾਰਾਜ ਹੁਣ ਸਾਡੀ ਲੜਕੀ ਸਾਡੇ ਪਰਿਵਾਰ ਵਿੱਚੋਂ ਆਖੇ ਵੀ ਮੁਸਲਮਾਨ ਬੰਨਾ ਹੈ, ਨਾਨਕਿਆਂ ਦਾਦਕਿਆਂ ਨੂੰ ਬੜੀ ਸ਼ਰਮ ਵਾਲੀ ਗੱਲ ਹੈ। ਚਲੋ ਮਹਾਰਾਜ ਉਹ ਬੱਚੀ ਹੈ, ਗੁਨਾਹ ਕਰ ਬੈਠੀ ਹੈ, ਖਾ ਬੈਠੀ ਹੋਵੇਗੀ ਕਿਤੇ ਇਸ ਤਰ੍ਹਾਂ ਦਾ ਪ੍ਰਸ਼ਾਦ, ਪਰ ਮਹਾਰਾਜ ਆਪ ਜੀ ਬਖਸ਼ ਦਿਓ, ਮਾਫ ਕਰ ਦਿਓ, ਕਿਰਪਾ ਕਰੋ। ਮੈਂ ਅਰ ਮਮ ਭਗਨੀ ਜਦ ਕਦਾ। ਮਹਾਰਾਜ ਮੈਂ ਔਰ ਮੇਰੀ ਭੈਣ ਅਸੀਂ ਦੋਨੇ ਜਾਣੋ ਜਦੋਂ ਕਿਤੇ ਅਹ ਆਦ ਕੇ ਸਿਦਕੀ ਸਦਾ। ਮਹਾਰਾਜ ਅਸੀਂ ਤੇ ਬੜੇ ਚਿਰ ਤੋਂ ਸਿੱਖ ਹਾਂ, ਮੈਂ ਵੀ ਬੜੇ ਲੰਮੇ ਸਮੇਂ ਤੋਂ ਪੀੜ੍ਹੀ ਦਰ ਪੀੜ੍ਹੀ ਅਸੀਂ ਤੁਹਾਡੇ ਸਿੱਖ ਹਾਂ, ਤੇ ਮੇਰੀ ਭੈਣ ਜਿਹੜੀ ਹੈ ਉਹ ਵੀ ਤੁਹਾਡੀ ਸਿੱਖ ਹੈ। ਸਾਡਾ ਪਰਿਵਾਰ ਹੈ ਤੇ ਸਿੱਖਾਂ ਦਾ ਹੀ ਹੈ। ਸ਼ੁਰੂ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ, ਗੁਰੂ ਨਾਲ ਜੁੜੇ ਹਾਂ। ਜੇ ਹੁਣ ਬੱਚੀ ਕੋਲੋਂ ਗਲਤੀ ਹੋ ਗਈ ਹੈ ਤੇ ਆਪ ਜੀ ਮਾਫ ਕਰਨਾ ਕਰੋ। ਨਾਨਕ ਦਾਦਕ ਸਿੱਖ ਮਾਰੇ। ਜਿੰਨੇ ਵੀ ਸਾਡੇ ਨਾਨਕਿਆਂ ਦੀਆਂ ਪੀੜ੍ਹੀਆਂ ਨੇ, ਪਿੱਛੇ ਨੂੰ ਲੈ ਲਈਏ ਦਾਦਕਿਆਂ ਦੀਆਂ ਪੀੜ੍ਹੀਆਂ ਨੇ, ਸਾਰੀਆਂ ਸਿੱਖ ਹੀ ਨੇ। ਮਹਾਰਾਜ ਅਸੀਂ ਸਿੱਖ ਹੀ ਹਾਂ ਤੇ ਸਿੱਖਾਂ ਦੇ ਹੀ ਬੱਚੇ ਹਾਂ, ਇਸ ਕਰਕੇ ਸਾਨੂੰ ਆਪਣੇ ਸਿੱਖ ਜਾਣ ਕੇ ਮਹਾਰਾਜ ਕਿਰਪਾ ਕਰੋ। ਐਸੀ ਨਹੀਂ ਕੋ ਮਤ ਕੋ ਧਾਰੇ। ਮਹਾਰਾਜ ਇਸ ਤਰ੍ਹਾਂ ਦੀ ਮਤ ਸਾਡੇ ਵਿੱਚੋਂ ਕਿਸੇ ਨੇ ਨਹੀਂ ਧਾਰੀ ਹੈ। ਨਾਨਕਿਆਂ ਦਾਦਕਿਆਂ ਵਿੱਚੋਂ ਕੋਈ ਨਹੀਂ ਇਸ ਤਰ੍ਹਾਂ ਦਾ ਹੋਇਆ ਜਿਹਨੇ ਆਖਿਆ ਮੈਂ ਮੁਸਲਮਾਨ ਬਣਨਾ ਹੈ ਜਾਂ ਮੈਂ ਮੁਸਲਮਾਨ ਰਹਿਣਾ ਹੈ। ਅਸੀਂ ਤੇ ਪੀੜ੍ਹੀ ਦਰ ਪੀੜ੍ਹੀ ਤੁਹਾਡੇ ਸਿੱਖ ਹਾਂ। ਇਹ ਪਹਿਲਾਂ ਸਾਡੇ ਖਾਨਦਾਨ ਵਿੱਚ ਕੁੱਲ ਵਿੱਚ ਇਹ ਇਸ ਤਰ੍ਹਾਂ ਦਾ ਹੋਇਆ ਹੈ ਵੀ ਉਹ ਲੜਕੀ ਕਹਿੰਦੀ ਮੈਂ ਮੁਸਲਮਾਨ ਰਹਿਣਾ ਹੈ। ਪਰ ਮਹਾਰਾਜ ਜੇ ਬੱਚੇ ਕੋਲੋਂ ਕੋਈ ਗਲਤੀ ਹੋਈ ਤੇ ਆਪ ਜੀ ਮਾਫ ਕਰੋ ਤੇ ਸਤਿਗੁਰੂ ਉਸ ਨੂੰ ਬਚਾ ਲੈਣਾ ਕਰੋ। ਸ਼੍ਰੀ ਮੁਖ ਤੇ ਉਪਚਾਰ ਬਖਾਨਾ। ਸਤਿਗੁਰੂ ਪਾਤਸ਼ਾਹ ਨੇ ਸੁਨੇ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉਸ ਵੇਲੇ ਕਹਿਣ ਲੱਗੇ ਹਨ ਤਿਸ ਕਰਾਓ ਸ਼ਰਮ ਕਤ ਇਸ਼ਨਾਨਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰ ਮੁਕਤ ਇਸ਼ਨਾਨਾ। ਭਾਈ ਹੁਣ ਤੈਨੂੰ ਦੋ ਕੰਮ ਕਰਨੇ ਪੈਣਗੇ। ਇੱਕ ਤੇ ਗੁਰੂ ਦੇ ਸਰੋਵਰ ਵਿੱਚ ਉਸ ਦਾ ਇਸ਼ਨਾਨ ਕਰਵਾ। ਸਰ ਮੁਕਤ ਮੁਕਤ ਸਰ, ਮੁਕਤਸਰ ਵੀ ਸਰੋਵਰ ਹੈ, ਹਰਿਮੰਦਰ ਸਾਹਿਬ ਵੀ ਸਰੋਵਰ ਹੈ। ਸਤਿਗੁਰੂ ਕਹਿੰਦੇ ਇੱਕ ਤੇ ਉਸ ਨੂੰ ਇਸ਼ਨਾਨ ਕਰਵਾਉਣਾ ਹੈ। ਦੂਜਾ ਬਚਨ ਇਹ ਹੈ, ਇਹ ਜਿਹੜਾ ਅਸੀਂ ਮੁਕਤੀਨਾਮਾ ਕਿਹਾ ਹੈ, ਪਿਛਲੇ 10 ਦਿਨ ਤੋਂ ਆਪਾਂ ਮੁਕਤੀਨਾਮੇ ਦੀ ਕਥਾ ਸਰਵਣ ਕੀਤੀ ਹੈ। ਸਤਿਗੁਰੂ ਕਹਿਣ ਲੱਗੇ ਜਿਹੜਾ ਅਸੀਂ ਇਹ ਮੁਕਤੀਨਾਮਾ ਆਖਿਆ ਨਾ, ਸੁਣਾਇਆ ਸੰਗਤ ਨੂੰ, ਇਹ ਜਿਹੜਾ ਮੁਕਤੀ ਨਾਮ ਦਾ ਗ੍ਰੰਥ ਹੈ ਦੂਰ ਕਰਹਿਤ ਹੋਏਗੀ ਤਬੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਉਹਦੀ ਕੁਰੈਤ ਹੁਣ ਦੂਰ ਜਿਹੜੀ ਉਹਨੇ ਕਰ ਲਈ ਹੈ ਨਾ, ਉਹ ਤਾਂ ਹੋਣੀ ਹੈ ਵੀ ਇੱਕ ਤੇ ਗੁਰੂ ਦੇ ਸਰੋਵਰ ਵਿੱਚ ਇਸ਼ਨਾਨ ਕਰਾਓ, ਤੇ ਦੂਜਾ ਇਹ ਜਿਹੜਾ ਮੁਕਤੀਨਾਮਾ ਹੈ, ਇਹ ਮੁਕਤੀਨਾਮਾ ਸੁਣਾਓ ਜਿਹਦੇ ਵਿੱਚ ਗੁਰੂ ਦੀ ਮਰਿਆਦਾ ਲਿਖੀ ਹੈ। ਪੜੋ ਮੁਕਤਨਾਮਾ ਢਿਗ ਸਭੈ। ਅਤੇ ਇਹ ਮੁਕਤਨਾਮਾ ਜਿਹੜਾ ਗ੍ਰੰਥ ਹੈ, ਜਿਹੜਾ ਆਪਾਂ ਪਿਛਲੇ 10 ਦਿਨਾਂ ਤੋਂ ਕਥਾ ਦੇ ਰੂਪ ਵਿੱਚ ਸੁਣਿਆ ਹੈ, ਇਸ ਗ੍ਰੰਥ ਨੂੰ ਉਹਦੇ ਕੋਲ ਪੜ੍ਹ ਕੇ ਸੁਣਾਉਣਾ ਕਰੋ। 40 ਪਾਠ ਸੁਨਾਵਨ ਕਰੀਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ 40 ਪਾਠ ਮੁਕਤਨਾਮੇ ਦੇ ਸਰਵਣ ਕਰਵਾਓ। ਉਹ ਜਿਹੜੀ ਲੜਕੀ ਕਹਿੰਦੀ ਹੈ ਨਾ ਕਿ ਮੈਂ ਮੁਸਲਮਾਨ ਹੋਣਾ, ਮੈਂ ਸਿੱਖ ਨਹੀਂ ਰਹਿਣਾ, ਉਹਨੂੰ 40 ਪਾਠ ਇਸ ਮੁਕਤਨਾਮੇ ਦੇ ਜਿਹੜਾ ਅਸੀਂ ਮਰਿਆਦਾ ਦੇ ਰੂਪ ਵਿੱਚ ਬਖਸ਼ਿਆ ਹੈ, ਇਹ ਉਸ ਨੂੰ ਸੁਣਾਉਣਾ ਕਰੋ। ਉਨ ਜਪ ਪੜੋ ਬਿਗਨ ਪਰ ਹਰੀਏ। ਅਤੇ ਫਿਰ ਜਦੋਂ 40 ਪਾਠ ਪੂਰੇ ਹੋ ਗਏ, ਫਿਰ ਜਪਜੀ ਸਾਹਿਬ ਦੇ ਪਾਠ ਉਸ ਦੇ ਕੋਲ ਬੈਠ ਕੇ ਪੜ੍ਹਨੇ ਨੇ। ਜਪਜੀ ਸਾਹਿਬ ਦਾ ਜਦੋਂ ਪਾਠ ਪੜੋਗੇ, ਜਿੰਨੇ ਵੀ ਮੰਤਰਾਂ ਦਾ ਉਹਦੇ ਉੱਪਰ ਕਿਸੇ ਨੇ ਜ਼ੋਰ ਪਾਇਆ ਹੈ, ਮੰਤਰਾਂ ਦੇ ਨਾਲ ਬੱਧਾ ਹੈ, ਉਹ ਸਾਰੇ ਮੰਤਰਾਂ ਦਾ ਪ੍ਰਭਾਵ ਖਤਮ ਹੋ ਜਾਏਗਾ। ਜਪਜੀ ਸਾਹਿਬ ਐਸੀ ਬਾਣੀ ਹੈ। ਇਹ ਜਿਹੜਾ ਮੁਕਤਨਾਮਾ ਹੈ, ਇਹ ਬੰਦੇ ਨੂੰ ਤਕੜੇ ਕਰਨ ਵਾਸਤੇ ਆ ਵੀ ਗੁਰੂ ਮਰਿਆਦਾ ਕੀ ਹੈ, ਗੁਰੂ ਦੀ ਮਰਿਆਦਾ ਦ੍ਰਿੜ ਕਰਾਉਣ ਵਾਸਤੇ, ਪਰਪੱਕ ਕਰਾਉਣ ਵਾਸਤੇ ਮੁਕਤੀਨਾਮਾ ਪੜ੍ਹਨਾ ਹੈ।
ਕਿ ਸਿੱਖ ਨੂੰ ਪਤਾ ਲੱਗੇ ਵੀ ਮੁਕਤੀਨਾਮਾ ਕੀ ਹੈ, ਮਹਾਰਾਜ ਨੇ ਕੀ ਕਿਹਾ ਹੈ। ਜਪਜੀ ਸਾਹਿਬ ਦਾ ਪਾਠ ਜਿਹੜਾ ਹੈ, ਜਦੋਂ ਉਹ ਮਰਿਆਦਾ ਵਿੱਚ ਪਰਪੱਕ ਹੋ ਗਈ ਤੇ ਫਿਰ ਜਪਜੀ ਸਾਹਿਬ ਦਾ ਪਾਠ ਉਹਦੇ ਬੰਧਨ ਤੋੜ ਦੇਵੇਗਾ। ਕਿਸੇ ਵੀ ਤਰ੍ਹਾਂ ਦਾ ਕੋਈ ਬੰਧਨ, ਕੋਈ ਮੰਤਰ, ਕੋਈ ਧਾਗਾ, ਕੋਈ ਜ਼ੋਰ ਉੱਤੇ ਰਹੇਗਾ ਨਹੀਂ। ਐਸੀ ਇਹ ਬਾਣੀ ਹੈ। ਵਾਹਿਗੁਰੂ ਜੀ ਹੋਏ ਸਹਾਏ। ਵਾਹਿਗੁਰੂ ਜੀ ਸਹਾਇਤਾ ਕਰਨਗੇ, ਐਸੀ ਕਿਰਪਾ ਹੋਵੇਗੀ। ਵਾਹਿਗੁਰੂ ਨਾਮ ਪਰਮੇਸ਼ਰ ਦਾ ਹੈ। ਭਾਈ ਮਰਦਾਨਾ ਜੀ ਨੂੰ ਵੀ ਬੰਗਾਲ ਦੇ ਵਿੱਚ ਉਹਨਾਂ ਜਾਦੂਗਰਨੀਆਂ ਨੇ ਗਲ ਦੇ ਵਿੱਚ ਧਾਗਾ ਪਾ ਦਿੱਤਾ ਸੀ ਮੰਤਰ ਪੜ੍ਹ ਕੇ, ਤੇ ਆਪਣਾ ਗੁਲਾਮ ਬਣਾ ਲਿਆ ਸੀਗਾ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਗਏ ਲੱਭਣ ਵਾਸਤੇ ਤੇ ਉਹ ਮੁੱਕਰ ਗਏ, ਕਹਿਣ ਲੱਗੇ ਵੀ ਇੱਥੇ ਤੇ ਹੈ ਹੀ ਨਹੀਂ। ਤੇ ਸਤਿਗੁਰਾਂ ਨੇ ਆਖਿਆ ਭਾਈ ਬਾਲਾ ਜੀ ਨੂੰ, ਕਹਿਣ ਲੱਗੇ ਜਾਓ ਜਾ ਕੇ ਵਾਹਿਗੁਰੂ ਕਹਿ ਕੇ ਨਾ ਜਿਹੜਾ ਉਹਨੇ ਧਾਗਾ ਪਾਇਆ ਗਲ ਵਿੱਚ ਉਹ ਤੋੜ ਦਿਓ, ਮੰਤਰ ਦਾ ਪ੍ਰਭਾਵ ਖਤਮ ਹੋ ਜਾਏਗਾ। ਵਾਹਿਗੁਰੂ ਮੰਤਰ ਇੱਕ ਐਸੀ ਤਾਕਤ ਹੈ, 36 ਲੱਖ ਦੁਨੀਆ ਦੇ ਵਿੱਚ ਮੰਤਰ ਨੇ ਲਿਖੇ ਹੋਏ, ਗਿਣੇ ਹੋਏ, ਪਰ ਉਹਨਾਂ ਸਾਰਿਆਂ ਤੋਂ ਵੱਧ ਜੇ ਕੋਈ ਤਾਕਤ ਵਾਲਾ ਮੰਤਰ ਹੈ ਇਸ ਵੇਲੇ ਦੁਨੀਆ ਦੇ ਉੱਪਰ ਤੇ ਉਹ ਵਾਹਿਗੁਰੂ ਮੰਤਰ ਹੈ। ਵਾਹਿਗੁਰੂ ਮੰਤਰ ਦੇ ਉੱਪਰ ਕੋਈ ਦੁਨੀਆ ਦਾ ਮੰਤਰ ਨਹੀਂ ਹੈ 36 ਲੱਖ ਮੰਤਰਾਂ ਵਿੱਚੋਂ। ਪਰ ਸਾਡੀ ਮਾੜੀ ਕਿਸਮਤ ਇਹ ਹੈ ਵੀ ਅਸੀਂ ਇਸ ਮੰਤਰ ਦਾ ਕਦੇ ਜਾਪ ਕਰਦੇ ਹੀ ਨਹੀਂ, ਵਾਹਿਗੁਰੂ ਕਹਿੰਦੇ ਹੀ ਨਹੀਂ ਕਦੇ, ਵਾਹਿਗੁਰੂ ਮੰਤਰ ਦੀ ਕਦੇ ਕਮਾਈ ਨਹੀਂ ਕਰਦੇ ਹਾਂ। ਮਹਾਰਾਜ ਕਹਿਣ ਲੱਗੇ ਭਾਈ ਬਾਲਾ ਜੀ ਵਾਹਿਗੁਰੂ ਕਹਿ ਕੇ ਉਹ ਧਾਗਾ ਤੋੜ ਦਿਓ ਗਲ ਵਿੱਚੋਂ, ਮੰਤਰ ਦਾ ਪ੍ਰਭਾਵ ਖਤਮ ਹੋ ਜਾਏਗਾ। ਭਾਈ ਬਾਲਾ ਜੀ ਨੇ ਇਸੇ ਤਰ੍ਹਾਂ ਕੀਤਾ। ਭਾਈ ਮਰਦਾਨਾ ਜੀ ਮਹਾਰਾਜ ਦੇ ਕੋਲ ਆ ਗਏ, ਸਤਿਗੁਰਾਂ ਨੂੰ ਦੱਸਿਆ ਮਹਾਰਾਜ ਇਹਨਾਂ ਮੰਤਰ ਪੜ੍ਹ ਕੇ ਮੈਨੂੰ ਗੁਲਾਮ ਕਰ ਲਿਆ ਸੀ। ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆ ਕੋਈ ਗੱਲ ਨਹੀਂ, ਇਹਨਾਂ ਦੀ ਸਜ਼ਾ ਇਹਨਾਂ ਨੂੰ ਮਿਲੇਗੀ। ਉਹ ਜਿਹੜੇ ਸਿਰਾਂ ਤੇ ਉਹਨਾਂ ਨੇ ਘੜੇ ਚੁੱਕੇ ਸਨ ਨਾ ਪਾਣੀ ਲੈਣ ਵਾਸਤੇ ਚੱਲੀਆਂ, ਉਹ ਘੜੇ ਸਿਰ ਦੇ ਉੱਪਰ ਹੀ ਜੁੜ ਗਏ। ਤੇ ਸਤਿਗੁਰੂ ਕਹਿਣ ਲੱਗੇ ਤੁਸੀਂ ਸਾਡੇ ਸਿੱਖ ਤੇ ਮੰਤਰ ਪੜ੍ਹਿਆ, ਅਸੀਂ ਤੇ ਸਿੱਖ ਨੂੰ ਛੁਡਾ ਲਿਆ ਹੈ, ਹੁਣ ਤੁਸੀਂ ਛੁੱਟ ਕੇ ਵਿਖਾਓ। ਬੜੇ ਬੜੇ ਮੰਤਰ ਪੜ੍ਹੇ ਉਹਨਾਂ ਜਾਦੂਗਰਨੀਆਂ ਨੇ, ਪਰ ਸਿਰ ਤੋਂ ਘੜਾ ਥੱਲੇ ਕੋਈ ਨਾ ਉਤਾਰ ਸਕੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਪੈ ਗਏ ਤੇ ਸਤਿਗੁਰੂ ਪਾਤਸ਼ਾਹ ਨੇ ਸ਼ਰਨ ਆਇਆ ਪਿਆ ਵੇਖ ਕੇ ਫਿਰ ਬਖਸ਼ ਲਿਆ, ਮਾਫ ਕਰ ਦਿੱਤਾ। ਕਹਿਣ ਤੋਂ ਭਾਵ ਇਹ ਹੈ ਵੀ ਵਾਹਿਗੁਰੂ ਮੰਤਰ ਇੱਕ ਬੜੀ ਵੱਡੀ ਦਾਤ ਤਾਕਤ ਹੈ, ਜਿਹਦੇ ਅੱਗੇ ਕੋਈ ਮੰਤਰ ਚੱਲਦਾ ਨਹੀਂ ਹੈ, ਕਿਸੇ ਮੰਤਰ ਦਾ ਜ਼ੋਰ ਰਹਿ ਨਹੀਂ ਜਾਂਦਾ ਹੈ। ਐਸੀ ਬਖਸ਼ਿਸ਼ ਕਰਦੇ ਹਨ। ਰਹਿਣੀ ਭਲੀ ਭੇਖ ਨਹਿ ਭਲਾ। ਇਸ ਕਰਕੇ ਸਾਡਾ ਸਿੱਖ ਜਿਹੜਾ ਹੈ ਨਾ ਉਹਦੀ ਰਹਿਣੀ ਭਲੀ ਹੈ। ਸਿੱਖ ਦੀ ਮਰਿਆਦਾ ਜ਼ਰੂਰੀ ਹੈ, ਕੱਲਾ ਭੇਖ ਜ਼ਰੂਰੀ ਨਹੀਂ ਹੈ। ਭੇਖ ਲਿਬਾਸ ਬਣਾ ਲਿਆ ਵੀ ਸਿੱਖ ਹਾਂ, ਦੂਰੋਂ ਵਿਖਾਵੇ ਵਾਲਾ ਕਿ ਚਿਹਰਾ ਸਿੱਖਾਂ ਵਾਲਾ ਹੈ, ਕੱਪੜੇ ਸਿੱਖਾਂ ਵਾਲੇ ਪਾ ਲੈ। ਕੱਲਾ ਭੇਖ ਬਣਾਉਣ ਨਾਲ ਕੀ ਹੋਵੇਗਾ? ਭੇਖ ਦੇ ਨਾਲੋਂ ਮਰਿਆਦਾ ਜ਼ਰੂਰੀ ਹੈ, ਭੇਖ ਦੇ ਨਾਲੋਂ ਕਮਾਈ ਜ਼ਰੂਰੀ ਹੈ। ਕੱਲਾ ਬਾਹਰਲਾ ਭੇਖ ਨਹੀਂ ਬਣਾਉਣਾ ਸਿੱਖ ਵਾਲਾ ਵੀ ਕੇਸ ਰੱਖ ਲੈ, ਪੱਗ ਬੰਨ੍ਹ ਲਈ, ਕੱਪੜੇ ਪਾ ਲੈ, ਮੈਂ ਸਿੱਖ ਹਾਂ। ਇਹਦੇ ਨਾਲ ਨਾਲ ਰਹਿਣੀ ਜਿਹੜੀ ਹੈ ਨਾ ਉਹ ਅਤਿਅੰਤ ਜ਼ਰੂਰੀ ਹੈ। ਮਰਿਆਦਾ ਬਿਲਕੁਲ ਜ਼ਿਆਦਾ ਜ਼ਰੂਰੀ ਹੈ। ਮਰਿਆਦਾ ਰੱਖੇਗਾ ਸਿੱਖ ਤਾਂ ਹੈ, ਜੇ ਮਰਿਆਦਾ ਨਹੀਂ ਰੱਖੀ ਫਿਰ ਸਿੱਖ ਕਾਹਦਾ, ਫਿਰ ਤੇ ਪਖੰਡੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਹਿਣੀ ਭਲੀ, ਤੇਰੀ ਰਹਿਣੀ ਬਹਿਣੀ ਮਰਿਆਦਾ ਉਹ ਭਲੀ ਚੰਗੀ ਹੋਵੇ, ਗੁਰੂ ਦੇ ਦੱਸੇ ਮੁਤਾਬਕ ਹੋਵੇ। ਭੇਖ ਨਾ ਹੈ ਭਲਾ, ਜਿਹੜਾ ਬਾਹਰੀ ਭੇਖ ਬਣਾ ਕੇ ਰੱਖਣਾ ਵਿਖਾਵੇ ਵਾਲਾ ਉਹ ਚੰਗਾ ਨਹੀਂ ਹੈ। ਸਿਦਕ ਸਹਿਤ ਸਿੱਖੀ ਗੁਰ ਪਿਆਰੀ। ਕਹਿਣ ਲੱਗੇ ਜਿਹੜਾ ਸਿੱਖ ਹੈ ਨਾ ਉਹ ਸਿਦਕ ਦੇ ਸਹਿਤ ਹੋਵੇ, ਸਿਦਕੀ ਸਿੱਖ ਹੋਵੇ। ਸਿਦਕ ਜ਼ਰੂਰੀ ਹੈ। ਸਿਦਕ ਨਾਮ ਹੈ ਭਰੋਸੇ ਦਾ। ਗੁਰੂ ਕੇ ਸਿੱਖ ਨੂੰ ਗੁਰੂ ਦੇ ਉੱਪਰ ਭਰੋਸਾ ਹੋਣਾ ਕਰੇ। ਜਿਨ ਧਾਰੀ ਸੋ ਉਤਰੈ ਪਾਰੀ। ਤੇ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਇਹ ਧਾਰਨ ਕੀਤਾ ਨਾ ਸਿਦਕ ਤੇ ਮਰਿਆਦਾ, ਉਹ ਦੁਨੀਆ ਤੋਂ ਪਾਰ ਉਤਰ ਗਏ, ਉਹ ਸੰਸਾਰ ਤੋਂ ਪਾਰ ਹੋ ਜਾਂਦੇ ਹਨ। ਲੋਭੀ ਦਰਬ ਭੇਟ ਕੇ ਗੁਰ ਨਹਿ। ਕਹਿਣ ਲੱਗੇ ਜਿਹੜਾ ਵਿਅਕਤੀ ਲੋਭੀ ਹੈ ਨਾ ਅਤੇ ਭੇਟਾ ਲੈ ਕੇ, ਵਸਤੂ ਲੈ ਕੇ, ਧਨ ਲੈ ਕੇ, ਲੋਭੀ ਗੁਰੂ ਨਹੀਂ ਹੈ। ਮੰਨ ਲਓ ਕਿਸੇ ਬੰਦੇ ਨੇ ਪਾਪ ਕੀਤਾ, ਉਹ ਪਾਪ ਬਖਸ਼ਾਉਣ ਵਾਸਤੇ ਸਿੱਖ ਦੇ ਕੋਲ ਚਲਾ ਜਾਏ ਕਿ ਮੈਂ ਆਹ ਪਾਪ ਕੀਤਾ ਹੈ, ਮੇਰੀ ਅਰਦਾਸ ਕਰ ਦਿਓ, ਜਾਂ ਪੰਜਾਂ ਪਿਆਰਿਆਂ ਦੇ ਕੋਲ ਚਲਾ ਜਾਵੇ, ਜਾਂ ਕਿਸੇ ਸਾਧੂ ਦੇ ਕੋਲ ਚਲਾ ਜਾਵੇ। ਉਹ ਸਾਧੂ ਅੱਗੋਂ ਇਹ ਗੱਲ ਕਵੇ ਵੀ ਤੂੰ ਇੰਨੇ ਰੁਪਈਏ ਦੇ ਦੇ ਤੇ ਤੈਨੂੰ ਮਾਫ ਕਰਵਾ ਦਿਆਂਗਾ, ਤੂੰ ਮਾਫ ਹੋ ਜਾਏਗਾ। ਨਹੀਂ, ਇਸ ਤਰ੍ਹਾਂ ਕਰਨ ਦੇ ਨਾਲ ਉਹ ਮਾਫ ਨਹੀਂ ਹੋਵੇਗਾ। ਨਾ ਤੇ ਉਹ ਪੈਸੇ ਦੇਣ ਵਾਲਾ ਮਾਫ ਹੋਵੇਗਾ, ਨਾ
ਮਾਫੀ ਦਿਵਾਉਣ ਵਾਲਾ ਮਾਫ ਹੋਵੇਗਾ। ਜੇ ਕੋਈ ਬੰਦਾ ਆਖੇ ਨਾ ਵੀ ਮੇਰੇ ਕੋਲ ਆ ਗਲਤੀ ਹੋ ਗਈ ਹੈ, ਪਾਪ ਹੋ ਗਿਆ ਹੈ, ਕਿਸੇ ਸਾਧੂ ਕੋਲ ਚਲੇ ਜਾਵੇ ਤੇ ਸਾਧੂ ਅੱਗੇ ਆਖੇ ਵੀ ਆਹ ਅਸੀਂ ਕੰਧ ਕਰਦੇ ਪਏ, ਇਹਦੇ ਵਿੱਚ ਹਿੱਸਾ ਪਾ ਦੇ ਤੇ ਤੇਰਾ ਛੁਟਕਾਰਾ ਹੋ ਜਾਏਗਾ, ਉਹ ਤੇ ਸਾਧੂ ਦਾ ਲੋਭ ਹੈ, ਉਹ ਤੇ ਆਪਣੇ ਵਾਸਤੇ ਕਰਦਾ ਪਿਆ ਵੀ ਲਿਆ ਆਉਣ ਦੇ ਮੇਰੇ ਵੱਲ। ਮਹਾਰਾਜ ਕਹਿਣ ਲੱਗੇ ਉਹ ਧਨ ਦੇ ਕੇ ਪਾਪ ਬਖਸ਼ਾਉਣ ਵਾਲਾ ਮਾਫ ਨਹੀਂ ਹੋਵੇਗਾ, ਤੇ ਧਨ ਲੈ ਕੇ ਪਾਪ ਬਖਸ਼ਣ ਵਾਲਾ ਵੀ ਮਾਫ ਨਹੀਂ ਹੋਵੇਗਾ। ਨਾ ਬਖਸ਼ਣ ਵਾਲਾ ਨਾ ਬਖਸ਼ਾਉਣ ਵਾਲਾ ਦੋਨੇ ਹੀ ਮਾਫ ਨਹੀਂ ਹੋਣਗੇ। ਦੁਨੀਆਦਾਰੀ ਦੇ ਤੌਰ ਤੇ ਭਾਵੇਂ ਉਹ ਕਹਿ ਦੇਣ ਵੀ ਅਸੀਂ ਬਖਸ਼ ਲਿਆ ਜਾਂ ਬਖਸ਼ਾ ਦਿੱਤਾ ਹੈ, ਪਰ ਅਸਲੀ ਨਹੀਂ ਬਖਸ਼ੇ ਜਾਣਗੇ। ਬਚਨ ਕਰਦੇ ਹਨ ਲੈ ਕਰ ਜੇ ਕੁਰਹਤੀਏ ਬਖਸ਼ੈ। ਜੇ ਕੋਈ ਬੰਦਾ ਕੁਰਹਤੀਏ ਬੰਦੇ ਕੋਲੋਂ, ਇੱਕ ਬੰਦਾ ਆਖੇ ਵੀ ਮੈਂ ਬੀੜੀ ਸਿਗਰਟ ਪੀ ਕੇ ਆਇਆ ਹਾਂ, ਜਾਂ ਮੈਂ ਮਾਸ ਮੱਛੀ ਖਾ ਕੇ ਆਇਆ ਹਾਂ, ਜਾਂ ਮੈਂ ਕੁਕਰਮ ਕਰਕੇ ਆਇਆ, ਜਾਂ ਮੈਂ ਕਤਲ ਕਰਕੇ ਆਇਆ, ਤੇ ਮੈਨੂੰ ਮਾਫ ਕਰਵਾ ਦਿਓ। ਤੇ ਮਾਫ ਕਰਨ ਵਾਲਾ ਆਖੇ ਵੀ ਆ ਜਾ ਮੇਰੇ ਕੋਲ, ਮੈਂ ਤੈਨੂੰ ਮਾਫ ਕਰਾ ਦਿੰਦਾ, ਇੰਨਾ ਧਨ ਦੇ ਦੇ, ਮਾਫੀ ਮਿਲ ਜਾਏਗੀ। ਕਹਿਣ ਲੱਗੇ ਨਹੀਂ, ਉਹ ਮਾਫ ਨਹੀਂ ਹੋਵੇਗਾ। ਨਾ ਉਹਦੀ ਕਰੈਤ ਮਾਫ ਹੋਣੀ ਹੈ, ਨਾ ਉਹ ਕਰੈਤ ਕਰਨ ਵਾਲਾ ਮਾਫ ਹੋਣਾ, ਨਾ ਉਸ ਕਰੈਤ ਨੂੰ ਬਖਸ਼ਾਉਣ ਵਾਲਾ ਮਾਫ ਹੋਵੇਗਾ। ਹੁਣ ਆਪਾਂ ਪੰਜਾਂ ਪਿਆਰਿਆਂ ਦੇ ਕੋਲ ਜਾਂਦੇ ਹਾਂ, ਸਾਡੇ ਕੋਲੋਂ ਕੋਈ ਨਿੱਕੀ ਮੋਟੀ ਗਲਤੀ ਹੋ ਜਾਵੇ, ਜਿਹੜਾ ਕੋਈ ਅੰਮ੍ਰਿਤਧਾਰੀ ਸਿੱਖ ਹੈ ਉਹ ਪੰਜ ਪਿਆਰੇ ਸਾਹਿਬਾਨ ਦੇ ਕੋਲ ਜਾਂਦਾ ਕਿ ਮੇਰੇ ਕੋਲੋਂ ਆਹ ਗਲਤੀ ਹੋਈ ਹੈ, ਭੁੱਲ ਚੁੱਕ ਹੋਈ ਹੈ। ਤੇ ਪੰਜ ਪਿਆਰੇ ਇਹ ਤੇ ਨਹੀਂ ਨਾ ਕਹਿੰਦੇ ਵੀ ਤੂੰ ਭਾਈ ਇੰਨੀ ਮਾਇਆ ਇੱਥੇ ਰੱਖ ਕੇ ਚਲਾ ਜਾ, ਤੂੰ ਮਾਫ ਹੋ ਗਿਆ। ਨਹੀਂ, ਉਹ ਕਹਿੰਦੇ ਭਾਈ ਵੀ ਜੇ ਤੂੰ ਪਾਪ ਕੀਤਾ ਨਾ, ਗੁਨਾਹ ਕੀਤਾ, ਤੇ ਫਿਰ ਉਹ ਪੰਜਾਂ ਨੇ ਮਸ਼ਵਰਾ ਕਰਦੇ, ਸਲਾਹ ਕਰਕੇ ਉਹਨੂੰ ਗੁਰਬਾਣੀ ਦੇ ਪਾਠ ਲਾਏ ਜਾਂਦੇ ਵੀ ਭਾਈ ਤੈਨੂੰ 101 ਪਾਠ ਕਰਨਾ ਪਵੇਗਾ, ਕਿਉਂਕਿ ਬਾਣੀ ਨੇ ਤੇਰਾ ਪਾਪ ਮਿਟਣਾ ਹੈ, ਤੈਨੂੰ 101 ਪਾਠ ਕਰਨਾ ਪਵੇਗਾ। ਕੀ ਤੂੰ ਕਰੇਗਾ? ਤੇ ਫਿਰ ਜਿਹੜਾ ਆਪਣੀ ਗਲਤੀ ਬਖਸ਼ਾਉਣ ਗਿਆ ਉਹ ਫਿਰ ਜੇ ਕਹੇਗਾ ਵੀ ਮੈਂ ਕਰਾਂਗਾ, ਕਹਿਣ ਲੱਗੇ ਠੀਕ ਹੈ, ਜਦੋਂ ਪੂਰੇ ਕਰੇਗਾ ਨਾ ਉਦੋਂ ਪੂਰੇ ਕਰਕੇ ਆਈ, ਫਿਰ ਅਰਦਾਸ ਕਰਾਂਗੇ। ਤੇ ਜੇ ਪੂਰੇ ਨਹੀਂ ਕਰੇਗਾ ਤੂੰ ਗੁਰੂ ਦਾ ਦੇਣਦਾਰ ਹੋਵੇਗਾ। ਪੰਜ ਪਿਆਰੇ ਇਸ ਤਰ੍ਹਾਂ ਤਨਖਾਹ ਲਾਉਂਦੇ, ਇਹ ਨਹੀਂ ਕਹਿੰਦੇ ਬਸ ਤੂੰ ਆ ਗਿਆ ਤੇ ਮੱਥਾ ਟੇਕਿਆ ਤੇ ਤੂੰ ਇੰਨਾ ਧਨ ਦੇ ਤੇ ਚਲੇ ਜਾ, ਮਾਫ ਹੋ ਜਾਵੇਗਾ। ਨਹੀਂ, ਉਹ ਕਹਿੰਦੇ ਭਾਈ ਇੰਨੇ ਗੁਰਬਾਣੀ ਦੇ ਪਾਠ ਕਰਨੇ ਪੈਣਗੇ, ਇੰਨੇ ਦਿਨ ਸੰਗਤ ਵਿੱਚ ਬੈਠਣਾ ਪਵੇਗਾ, ਇੰਨੇ ਦਿਨ ਜੋੜੇ ਝਾੜਨੇ ਪੈਣਗੇ, ਇੰਨੇ ਦਿਨ ਬਰਤਨ ਮਾਂਜਣੇ ਪੈਣਗੇ, ਇੰਨੇ ਦਿਨ ਝਾੜੂ ਲਾਉਣਾ ਪਵੇਗਾ, ਇਹ ਸੇਵਾ ਕਰਨੀ ਪਵੇਗੀ ਤਾਂ ਮਾਫੀ ਮਿਲੇਗੀ। ਤੇ ਫਿਰ ਜਿਹੜਾ ਆਪਣੀ ਗਲਤੀ ਬਖਸ਼ਾਉਣ ਗਿਆ ਨਾ, ਉਹਨੂੰ ਫਿਰ ਉੱਥੇ ਹਾਮੀ ਭਰਨੀ ਪੈਂਦੀ ਹੈ ਵੀ ਮੈਂ ਇੰਨੇ ਦਿਨ ਸੇਵਾ ਕਰਾਂਗਾ, ਬਾਣੀ ਵੀ ਪੜਾਂਗਾ, ਸੰਗਤ ਵੀ ਕਰਾਂਗਾ, ਜੋ ਤੁਸੀਂ ਮੈਨੂੰ ਕਹੋਗੇ ਮੈਂ ਕਰਾਂਗਾ। ਫਿਰ ਉਹ ਸੇਵਾ ਲਾ ਦਿੰਦੇ ਵੀ ਚੱਲ ਤੂੰ ਆ ਸੇਵਾ ਕਰਕੇ ਆ ਜਾਵੀਂ, ਜਦੋਂ ਪੂਰੀ ਹੋਵੇਗੀ ਤੈਨੂੰ ਮਾਫ ਕਰੋ, ਤੇਰੀ ਅਰਦਾਸ ਕਰਾਂਗੇ। ਫਿਰ ਉਹ ਅਰਦਾਸ ਕਰਦੇ। ਇਸ ਤਰ੍ਹਾਂ ਮਾਫੀ ਮਿਲਦੀ ਹੈ, ਸੇਵਾ ਕਰਕੇ ਔਰ ਸਿਮਰਨ ਕਰਕੇ। ਨਿਰਾ ਗੱਲਾਂ ਦੇ ਨਾਲ ਨਹੀਂ ਮਾਫੀ ਮਿਲੇਗੀ, ਨਾ ਕੋਈ ਦਵਾ ਸਕਦਾ ਨਾ ਕੋਈ ਲੈ ਸਕਦਾ ਹੈ। ਜੋ ਸਿੱਖ ਧਨ ਕੋ ਲੋਭੀ ਹੋਏ। ਜਿਹੜਾ ਸਿੱਖ ਕਿਸੇ ਤਰ੍ਹਾਂ ਦਾ ਲੋਭ ਕਰਦਾ ਹੈ, ਬਖਸ਼ੈ ਕਬ ਕੁਰਹਤੀਆ ਤੇ ਕੋਈ। ਕਿਸੇ ਕੁਰਹਤੀਏ ਨੂੰ ਮਾਫ ਕਰ ਦੇਵੇ। ਕੋਈ ਬੰਦਾ ਕਤਲ ਕਰਕੇ ਆਵੇ ਤੇ ਅੱਗੋਂ ਲੋਭੀ ਜਿਹੜਾ ਸਾਧੂ ਬੈਠਾ ਪਖੰਡੀ ਕੋਈ ਬਾਬਾ, ਉਹ ਆਖੇ ਵੀ ਕੋਈ ਨਹੀਂ, ਮੇਰੀ ਸਰਕਾਰੇ ਦਰਬਾਰੇ ਪਹੁੰਚ ਹੈ, ਮੈਂ ਫਲਾਣੇ ਲੀਡਰ ਨੂੰ ਕਹਿ ਕੇ ਤੇਰਾ ਇਹ ਕੰਮ ਕਰਵਾ ਦਿੰਦਾ, ਪਰ ਇੰਨੀ ਦਸ਼ਨਾ ਦੇ ਕੇ ਜਾ। ਮਹਾਰਾਜ ਕਹਿਣ ਲੱਗੇ ਨਾ ਉਹ ਸਾਧੂ ਬਖਸ਼ਿਆ ਜਾਣਾ ਤੇ ਨਾ ਉਹ ਗਲਤੀ ਕਰਨ ਵਾਲਾ ਬਖਸ਼ਿਆ ਜਾਣਾ ਹੈ। ਸੋ ਸਿੱਖ ਨਾਹਿਨ ਲਖੋ ਕੁਚਾਲਾ। ਉਹ ਸਾਡਾ ਸਿੱਖ ਹੀ ਨਹੀਂ ਹੈ। ਮਹਾਰਾਜ ਨੇ ਗੱਲ ਹੀ ਖਤਮ ਕਰ ਦਿੱਤੀ। ਕਹਿਣ ਲੱਗੇ ਉਹ ਸਿੱਖ ਹੀ ਨਹੀਂ ਭਾਈ, ਉਹ ਤੇ ਕੁਚਾਲ, ਖੋਟੀ ਚਾਲ ਚੱਲਣ ਵਾਲਾ, ਮਾੜੇ ਰਸਤੇ ਚੱਲਣ ਵਾਲਾ ਹੈ। ਸ਼੍ਰੀ ਗੁਰ ਘਰ ਕੋ ਚੋਰ ਵਿਸਾਲਾ। ਉਹ ਤੇ ਗੁਰੂ ਘਰ ਦਾ ਚੋਰ ਹੈ। ਗੁਰੂ ਘਰ ਦੇ ਵਾਸਤੇ, ਆਪਣੇ ਪ੍ਰਯੋਜਨ ਵਾਸਤੇ ਦੂਸਰੇ ਨੂੰ ਗਲਤ ਰਾਹ ਪਾਉਂਦਾ ਪਿਆ ਹੈ, ਉਹ ਬਖਸ਼ਿਆ ਨਹੀਂ ਜਾਏਗਾ। ਗੁਰ ਹਜ਼ੂਰ ਸਿੱਖੀ ਤਿਸਕੇਰੀ। ਇਸ ਕਰਕੇ ਗੁਰੂ ਦੀ ਸਿੱਖੀ ਜਿਹੜੀ ਹੈ ਨਾ, ਉਹ ਗੁਰੂ ਹਜ਼ੂਰ ਹੈ, ਭਾਵ ਕਿ ਗੁਰੂ ਦਾ ਬਚਨ ਮੰਨ ਕੇ ਹੀ ਸਿੱਖੀ ਹੈ। ਆਪਾਂ ਸਿੱਖ ਤਾਂ ਆ ਜੇ ਆਪਾਂ ਗੁਰੂ ਦੇ ਬਚਨ ਤੇ ਚੱਲਦੇ, ਫਿਰ ਆ ਸਿੱਖ। ਜੇ ਆਪਾਂ ਬਚਨ ਤੇ ਨਹੀਂ ਚੱਲਦੇ ਫਿਰ ਸਿੱਖ ਨਹੀਂ ਆ। ਗਿਣਤੀ ਵਿੱਚ ਆਪਾਂ ਭਾਵੇਂ 500 ਬੈਠੇ ਹੋਈਏ ਦਰਬਾਰ ਦੇ ਵਿੱਚ, ਪਰ 500 ਦੇ ਵਿੱਚੋਂ ਉਹ ਥੋੜ੍ਹੇ ਹੋਣਗੇ ਜਿਹੜੇ ਗੁਰੂ ਦੇ ਬਚਨ ਦੇ ਉੱਪਰ ਚੱਲਦੇ ਹੋਣਗੇ। ਬਾਕੀ ਤੇ ਵੇਖੋ ਵੇਖੀ ਬੈਠੇ ਹੋਏ, ਉਹਨਾਂ ਦਾ ਸਮਾਂ ਤੇ ਸਫਲਾ ਹੋਵੇਗਾ, ਪਰ ਮੁਕਤੀ ਨਹੀਂ ਹੈ। ਮੁਕਤੀ ਉਹਦੀ ਹੈ ਜਿਹੜਾ ਬਚਨ ਤੇ ਚੱਲੇਗਾ। ਇਸ ਕਰਕੇ ਬਚਨ ਮੰਨਣਾ ਜ਼ਰੂਰੀ ਹੈ। ਨਹਿ ਮਨਜ਼ੂਰ ਹੋਏ ਕਿਸ ਬੇਰੀ। ਤੇ ਫਿਰ ਮਹਾਰਾਜ ਕਹਿਣ ਲੱਗੇ
ਭਾਵੇਂ ਉਹ ਕਿੰਨਾ ਵੀ ਗੁਰੂ ਦੇ ਕੋਲ ਰਹਿਣ ਵਾਲਾ ਹੈ, ਜਿਹੜਾ ਬਚਨ ਨਹੀਂ ਮੰਨਦਾ ਨਾ, ਉਹ ਕਦੇ ਮਨਜ਼ੂਰ ਨਹੀਂ ਹੁੰਦਾ ਹੈ। ਸੁਨ ਗੁਰਬਾਕ ਸਿੱਖ ਘਰ ਗਇਓ। ਕਹਿਣ ਲੱਗੇ ਇਹ ਬਚਨ ਸੁਣ ਕੇ ਨਾ ਸਿੱਖ ਜਿਹੜਾ ਵਣਜਾਰਾ ਆਇਆ ਸੀ ਲੁਬਾਣਾ, ਮਹਾਰਾਜ ਦੇ ਬਚਨ ਸੁਣ ਕੇ ਫਿਰ ਆਪਣੇ ਘਰ ਚਲੇ ਗਿਆ ਹੈ। ਸੋ ਬਿਦ ਸਕਲ ਕਰਤ ਤਹਿ ਭਇਓ। ਜਿਹੜੀ ਮਹਾਰਾਜ ਨੇ ਗੱਲ ਆਖੀ ਸੀ ਵੀ ਉਸ ਨੂੰ ਕਹੋ ਬੀਬੀ ਨੂੰ ਵੀ ਸਰੋਵਰ ਵਿੱਚ ਇਸ਼ਨਾਨ ਕਰੇ ਤੇ ਇਹ ਮੁਕਤੀਨਾਮੇ ਦਾ ਪਾਠ ਸਰਵਣ ਕਰੇ, ਫਿਰ ਜਪਜੀ ਸਾਹਿਬ ਦਾ ਪਾਠ ਕਰੇ। ਜਿਵੇਂ ਮਹਾਰਾਜ ਨੇ ਆਖਿਆ ਇਹ ਸਿੱਖ ਨੇ ਉਸੇ ਤਰ੍ਹਾਂ ਆਪਣੇ ਘਰ ਜਾ ਕੇ ਆਪਣੀ ਭਾਣਜੀ ਦੇ ਕੋਲੋਂ ਉਹ ਸਾਰਾ ਕੁਝ ਕਰਵਾਇਆ ਹੈ। ਕੇਤਕ ਦਿਓਸ ਬਿਤੇ ਜਬ ਤੇ ਕੇ। ਕਹਿਣ ਲੱਗੇ ਵੀ ਉਹ ਬੀਬੀ ਜਿਹੜੀ ਹੈ ਨਾ ਭਾਈ ਉਹ ਠੀਕ ਹੋ ਗਈ, ਉਹਦੇ ਉਹ ਜਿਹੜਾ ਮੰਤਰਾਂ ਦਾ ਪ੍ਰਭਾਵ ਸੀ ਨਾ ਪਿਆ ਹੋਇਆ ਉਹਦੇ ਉੱਪਰ, ਉਹ ਕਹਿੰਦੀ ਮੈਂ ਮੁਸਲਮਾਨ ਹੀ ਬਣਨਾ ਹੈ। ਜਪਜੀ ਸਾਹਿਬ ਦਾ ਪਾਠ ਕਰਦਿਆਂ ਨਾਲ ਉਹ ਮੰਤਰਾਂ ਦਾ ਪ੍ਰਭਾਵ ਖਤਮ ਹੋ ਗਿਆ, ਮੰਤਰਾਂ ਦਾ ਜ਼ੋਰ ਰਹਿ ਗਿਆ, ਮੁੱਕ ਗਿਆ, ਤੇ ਉਹ ਫਿਰ ਸਿੱਖੀ ਸਰੂਪ ਵਿੱਚ ਹੀ ਆ ਗਈ। ਕਹਿਣ ਲੱਗੇ ਇਸ ਤਰ੍ਹਾਂ ਕੁਝ ਦਿਨ ਫਿਰ ਲੰਘ ਗਏ ਹਨ। ਸ਼੍ਰੀ ਕਲਗੀਧਰ ਚੜੇ ਅਖੇ। ਮਹਾਰਾਜ ਜਿੱਧਰਲੇ ਪਾਸੇ ਉਹ ਸਿੱਖ ਆਇਆ ਸੀ ਨਾ ਲੁਬਾਣਾ, ਉਧਰ ਨੂੰ ਹੀ ਮਹਾਰਾਜ ਸ਼ਿਕਾਰ ਖੇਡਣ ਚਲੇ ਗਏ, ਕਿਉਂਕਿ ਮਹਾਰਾਜ ਨੂੰ ਪਤਾ ਹੈ ਵੀ ਅਸੀਂ ਜਾਵਾਂਗੇ ਕੁਝ ਬਚਨ ਬਲਾਸ ਕਰਨੇ। ਸਤਿਗੁਰੂ ਬਹਾਨੇ ਦੇ ਨਾਲ ਉਸ ਪਾਸੇ ਸ਼ਿਕਾਰ ਕਰਨ ਵਾਸਤੇ ਗਏ ਹਨ। ਜੰਮਣ ਖੇੜੇ ਕੇ ਢਿੱਗ ਗਏ। ਤੇ ਗੁਰਮੁਖੋ ਇਹ ਪਿੰਡ ਦਾ ਨਾਮ ਹੈ ਜੰਮਣ ਖੇੜਾ। ਕੋਈ ਪਿੰਡ ਹੋਵੇਗਾ ਆਨੰਦਪੁਰ ਸਾਹਿਬ ਦੇ ਕੋਈ ਇਰਦ ਗਿਰਦ ਇੱਧਰ ਉੱਧਰ ਜੰਮਣ ਖੇੜਾ ਪਿੰਡ ਹੈ, ਤੇ ਮਹਾਰਾਜ ਉਸ ਪਾਸੇ ਨੂੰ ਗਏ ਹਨ। ਸਿੱਖ ਵਣਜਾਰੇ ਭਿਖ ਤਹਿ ਲਏ। ਤੇ ਮਹਾਰਾਜ ਨੇ ਵੇਖਿਆ ਵੀ ਉੱਥੇ ਕਈ ਸਿੱਖ ਵਣਜਾਰੇ ਤੁਰੇ ਫਿਰਦੇ, ਔਰ ਉਹਨਾਂ ਵਣਜਾਰਿਆਂ ਨੇ ਵੇਖਿਆ ਵੀ ਇਹ ਤੇ ਸਾਡੇ ਗੁਰੂ ਸਾਹਿਬਾਨ ਆ ਗਏ ਨੇ। ਕੋਈ ਨੇੜੇ ਇਹ ਪਿੰਡ ਹੈ ਜੰਮਣ ਖੇੜਾ, ਉੱਥੇ ਸਿੱਖ ਰਹਿੰਦੇ ਸਨ ਇਹ ਵਣਜਾਰੇ ਲੁਬਾਣੇ। ਜਦੋਂ ਉਹਨਾਂ ਨੇ ਵੇਖਿਆ ਵੀ ਇਹ ਮਹਾਰਾਜ ਸਾਹਿਬ ਜੀ ਆਏ ਹਨ, ਕਰ ਬਿਨਤੀ ਗੁਰ ਨਿਕਟੇ ਉਤਾਰੇ। ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਵੀ ਆਓ ਸਾਡੇ ਕੋਲ ਇੱਥੇ ਉਤਰੋ ਤੇ ਸਾਨੂੰ ਸੇਵਾ ਦਾ ਮੌਕਾ ਦਿਓ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਸਿੱਖਣੀ ਆਨ ਬੰਦਨਾ ਧਾਰੇ। ਤੇ ਕਹਿਣ ਲੱਗੇ ਵੀ ਉਸ ਵੇਲੇ ਸਤਿਗੁਰੂ ਉਤਰ ਪਏ ਘੋੜੇ ਤੋਂ ਤੇ ਬੈਠ ਗਏ ਇੱਥੇ। ਤੇ ਇੰਨੇ ਚਿਰ ਨੂੰ ਉਹ ਬੀਬੀ ਜਿਹੜੀ ਕਹਿੰਦੀ ਸੀ ਵੀ ਮੈਂ ਮੁਸਲਮਾਨ ਹੀ ਬਣਨਾ ਹੈ, ਮੈਂ ਸਿੱਖ ਨਹੀਂ ਰਹਿਣਾ ਹੈ, ਹੁਣ ਜਿਸ ਤਰ੍ਹਾਂ ਮਹਾਰਾਜ ਨੇ ਮਰਿਆਦਾ ਦੱਸੀ ਸੀ ਉਹਦੇ ਮੁਤਾਬਕ ਜਪਜੀ ਸਾਹਿਬ ਦਾ ਪਾਠ ਕਰਕੇ ਮੰਤਰਾਂ ਦਾ ਪ੍ਰਭਾਵ ਖਤਮ ਹੋ ਗਿਆ। ਉਹ ਫਿਰ ਸਿੱਖਣੀ ਸਿੱਖਾਂ ਦੀ ਬੱਚੀ ਹੈ, ਸਿੱਖ ਧਰਮ ਵਿੱਚ ਹੀ ਰਹਿ ਗਈ, ਮੁਸਲਮਾਨ ਬਣਨ ਤੋਂ ਉਹਨੇ ਮਨਾ ਕਰ ਦਿੱਤਾ। ਜਦੋਂ ਸਤਿਗੁਰੂ ਜਾ ਕੇ ਬੈਠੇ ਤੇ ਉਹ ਬੀਬੀ ਨੇ ਆ ਕੇ ਮੱਥਾ ਟੇਕਿਆ ਉਸੇ ਨਹੀਂ ਜਿਹਦੀ ਉਹ ਖਬਰ ਲੈ ਕੇ ਆਇਆ ਸੀ ਵੀ ਸਾਡੀ ਭਾਣਜੀ ਮੁਸਲਮਾਨ ਹੋਣਾ ਚਾਹੁੰਦੀ ਹੈ। ਉਹੀ ਭਾਣਜੀ ਆ ਕੇ ਫਿਰ ਮਹਾਰਾਜ ਨੂੰ ਮੱਥਾ ਟੇਕਦੀ ਹੈ। ਕਈ ਵਾਰ ਤਾਂ ਜੁਗ ਕਰ ਜੋਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ, ਸਤਿਗੁਰੂ ਕਹਿਣ ਲੱਗੇ ਵੀ ਜੋ ਵੀ ਗੱਲਬਾਤ ਹੋਈ ਹੈ ਇਹ ਬੀਬੀ ਸਾਨੂੰ ਦੱਸਣਾ ਕਰ। ਤੇ ਇਹ ਜਿਹੜੀ ਲੜਕੀ ਹੈ ਇਸ ਨੇ ਫਿਰ ਹੱਥ ਜੋੜ ਕੇ ਮਹਾਰਾਜ ਜੀਆਂ ਨੂੰ ਉਸ ਵੇਲੇ ਬਚਨ ਕੀਤੇ ਹਨ। ਮੁਸਲਮਾਨ ਮੁਝ ਵਸ ਕਰ ਸ਼ੋਰੀ। ਕਹਿਣ ਲੱਗੀ ਮਹਾਰਾਜ ਗੱਲ ਇਹ ਹੈ ਵੀ ਮੈਨੂੰ ਮੁਸਲਮਾਨ ਨੇ ਆਪਣੇ ਵੱਸ ਵਿੱਚ ਕਰ ਲਿਆ ਸੀ। ਉਹਨੇ ਮੰਤਰ ਕੋਈ ਇਹੋ ਜਿਹਾ ਪੜ੍ਹੇ ਵੀ ਉਹਨਾਂ ਮੰਤਰਾਂ ਦਾ ਪ੍ਰਭਾਵ ਮੇਰੇ 'ਤੇ ਪੈ ਗਿਆ, ਤੇ ਮੇਰੀ ਆਪਣੀ ਮੱਤ ਨਾਲ ਦਿਮਾਗ ਕੋਈ ਕੰਮ ਨਹੀਂ ਕਰਦਾ ਸੀ, ਤੇ ਮੈਨੂੰ ਜੋ ਕਹਿੰਦਾ ਸੀ ਮੈਨੂੰ ਉਹੀ ਚੰਗਾ ਲੱਗਦਾ ਸੀ। ਜਿਵੇਂ ਮੈਨੂੰ ਉਹ ਬੁਲਾਉਂਦਾ ਸੀ ਮੈਂ ਉੱਦਾਂ ਹੀ ਬੋਲਦੀ ਸੀ। ਮਹਾਰਾਜ ਮੇਰਾ ਤੇ ਜ਼ੋਰ ਹੀ ਕੋਈ ਨਹੀਂ, ਮੇਰੀ ਤੇ ਮੱਤ ਕੰਮ ਕਰਨੋਂ ਹਟ ਗਈ, ਸਰੀਰ ਦਾ ਜ਼ੋਰ ਮੇਰਾ ਉਹਨੇ ਬੰਨ੍ਹ ਲਿਆ। ਕੋਈ ਮੰਤਰ ਇਹੋ ਜਿਹਾ ਪੜ੍ਹਿਆ ਤੇ ਸਤਿਗੁਰੂ ਫਿਰ ਜਿਵੇਂ ਉਹ ਬੁਲਾਉਂਦਾ ਸੀ ਮੈਨੂੰ ਵੀ ਆਹ ਗੱਲ ਕਹਿ, ਤੇ ਮੈਂ ਉਹਦੇ ਮੰਤਰਾਂ ਦੇ ਵੱਸ ਵਿੱਚ ਉਵੇਂ ਕਹਿ ਦਿੰਦੀ। ਉਹਨੇ ਕਿਹਾ ਵੀ ਤੂੰ ਇਹ ਗੱਲ ਕਹਿ ਵੀ ਮੈਂ ਮੁਸਲਮਾਨ ਬਣਨਾ ਹੈ, ਤੇ ਮਹਾਰਾਜ ਜਿਵੇਂ ਉਹਨੇ ਕਿਹਾ ਉਵੇਂ ਹੀ ਮੈਂ ਕਹਿ ਦਿੱਤਾ। ਇਸ ਕਰਕੇ ਮੈਨੂੰ ਮੰਤਰਾਂ ਦਾ ਵੱਸ ਉਸਨੇ ਕੀਤਾ ਹੋਇਆ ਹੈ। ਪਸ਼ਚਾਤਾਪ ਕਰਤ ਨਿਤ ਰਹੀ। ਪਰ ਮਹਾਰਾਜ ਮੈਂ ਮਨ ਵਿੱਚ ਪਛਤਾਉਂਦੀ ਬੜਾ ਸੀ ਉਸ ਵੇਲੇ ਵੀ ਇਹ ਮੈਂ ਕੀ ਕਰ ਬੈਠੀ, ਮੈਨੂੰ ਪਤਾ ਹੁੰਦਾ ਤੇ ਮੈਂ ਨਾ ਚੁੱਕੇ ਪ੍ਰਸ਼ਾਦ ਖਾਂਦੀ, ਨਾ ਇਹਦੇ ਮੰਤਰਾਂ ਦੇ ਵੱਸ ਵਿੱਚ ਆਉਂਦੀ, ਕਿਉਂਕਿ ਗਲਤੀ ਕਰਨ ਤੋਂ ਬਾਅਦ ਵਿੱਚ ਅਹਿਸਾਸ ਹੁੰਦਾ ਹੈ, ਜਦੋਂ ਉਹਦਾ ਫਲ ਮਿਲਦਾ ਹੈ ਦੁੱਖ ਰੂਪ, ਫਿਰ ਜਾ ਕੇ ਪਤਾ ਲੱਗਦਾ ਹੈ। ਮਹਾਰਾਜ ਮੰਤਰਾਂ ਦਾ ਵੱਸ ਤੇ ਮੇਰੇ 'ਤੇ ਪੈ ਗਿਆ, ਜ਼ੋਰ 'ਤੇ ਪੈ ਗਿਆ, ਕਰ ਤੇ ਮੈਂ ਕੁਝ ਸਕਦੀ ਨਹੀਂ ਸੀ, ਪਰ ਅੰਦਰ ਮੈਂ ਪਛਤਾਉਂਦੀ ਜ਼ਰੂਰ ਸੀ ਵੀ ਮੈਂ ਇਹਨਾਂ ਦਾ ਝੂਠਾ ਪ੍ਰਸ਼ਾਦ ਨਾ ਖਾਂਦੀ ਚੱਕ ਕੇ, ਔਰ ਨਾ ਮੈਂ ਇਹਨਾਂ ਦੇ ਵੱਸ ਵਿੱਚ ਪੈਂਦੀ, ਨਾ ਮੇਰੇ 'ਤੇ ਕੋਈ ਮੰਤਰਾਂ ਦਾ ਜ਼ੋਰ ਪੈਂਦਾ। ਮਨ ਸਥਿਰਤਾ ਪਾਵਤ ਨਹੀਂ। ਪਰ ਮਹਾਰਾਜ ਮੇਰਾ ਮਨ ਨਹੀਂ ਸੀ ਟਿਕਦਾ। ਮੈਂ ਕਹਿੰਦੀ ਜ਼ਰੂਰ ਸੀ ਵੀ ਮੈਂ ਮੁਸਲਮਾਨ ਬਣਨਾ ਹੈ, ਪਰ ਮੇਰਾ ਮਨ ਹਰ ਵੇਲੇ ਭਟਕਦਾ ਰਹਿੰਦਾ ਸੀ, ਹਰ ਵੇਲੇ ਇੱਧਰ ਉੱਧਰ ਦੌੜਦਾ ਰਹਿੰਦਾ ਹੈ, ਤੇ ਮਹਾਰਾਜ ਮੇਰਾ ਮਨ ਇੱਕ ਜਗ੍ਹਾ ਵੀ ਟਿਕਿਆ ਨਹੀਂ ਹੈ। ਸਤਿਗੁਰ ਕਹਿਓ ਚਿੰਤ ਦਿਓ ਤਿਆਗੇ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜਾ ਬਚਨ ਪੁੱਛਣਾ ਚਾਹੁੰਦੇ ਨੇ ਉਹ ਹੁਣ ਮਹਾਰਾਜ ਜੀ ਨੇ ਪੁੱਛਿਆ ਹੈ। ਕਹਿਣ ਲੱਗੇ ਠੀਕ ਹੈ, ਤੇਰੇ 'ਤੇ ਮੰਤਰਾਂ ਦਾ ਪ੍ਰਭਾਵ ਪਾਇਆ ਹੈ, ਤੇਰਾ ਮਨ ਪਛਤਾਤਾਪ ਕਰਦਾ ਸੀ, ਪਰ ਮੂੰਹੋਂ ਤੂੰ ਆਖਿਆ ਹੈ ਕਿ ਮੈਂ
ਮੁਸਲਮਾਨ ਹੀ ਮੰਨਣਾ ਹੈ। ਇੱਕ ਸਿੱਖ ਆਪਣੇ ਮੂੰਹ ਇਹ ਗੱਲ ਕਵੇ ਤੇ ਮਹਾਰਾਜ ਕਹਿਣ ਲੱਗੇ ਇਹ ਕਿਹਾ ਹੋਇਆ ਬਚਨ ਖਾਲੀ ਤੇ ਨਹੀਂ ਨਾ ਜਾਵੇਗਾ, ਉਹਦਾ ਫਲ ਤੇ ਮਿਲੇਗਾ ਨਾ ਜ਼ਰੂਰ। ਨਾਲੇ ਇੱਥੇ ਹੀ ਬਸ ਨਹੀਂ, ਤੂੰ ਮੂੰਹ ਇਹ ਗੱਲ ਕਹੀ ਹੈ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਬੀਬੀ ਨੂੰ ਹੋਰ ਕਿਹੜੇ ਕਿਹੜੇ ਬਚਨ ਜਿਹੜੇ ਨੇ ਉਹ ਪੁੱਛਣਗੇ ਅਤੇ ਫਿਰ ਇਸ ਨੂੰ ਕਿੰਨੇ ਜਨਮਾਂ ਤੋਂ ਬਾਅਦ ਮੁਕਤ ਹੋਣ ਦੀ ਗੱਲ ਮਹਾਰਾਜ ਕਰਨਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤੈ ਨ ਛੁਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਗਰੀਬ ਸੱਚ ਟੇਕ ਤੋਂ, ਮੇਰੇ ਸਤਿਗੁਰ ਪੂਰੇ, देख तुम्हारा दर्शनो, मेरा मन धीरे। सतनाम श्री वाहिगुरु साहिब जीओ। सोरठ महला पंजवा। परमेश्वर दिता बना, दुख रोग का डेरा पन्ना। परमेश्वर दिता बना, दुख रोग का डेरा